ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ, ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ, ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ, ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ, ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ, ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਗੋਰਖ ਦੇਖ ਬਚਨ ਕੋ ਕਹਾ, ਕਿਉ ਕਰਵਾਏ ਬਿਨਾ ਨਾ ਰਹਾ। ਕਲੀ ਕਾਲ ਮੈਂ ਸ੍ਰੀ ਕਰਤਾਰਾ, ਨਾਮ ਜਪਾਵਨ ਹਿਤ ਤਨ ਧਾਰਾ। ਗੋਰਖ ਦੇਖ ਬਚਨ ਕੋ ਕਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦਿਆਲ ਭਗਤ ਵਤਸਲ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ, ਜਾਗਦੀ ਜੋਤ, ਚਵਰ ਛਤਰ ਸਿੰਘਾਸਨ ਤਖਤ ਦੇ ਮਾਲਕ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ, ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਜੀ ਵੱਡਿਆਂ ਭਾਗਾਂ ਵਾਲੇ ਵਡਭਾਗੀ ਹੋ, ਜੋ ਸੰਧਿਆ ਦੇ ਸਮੇਂ ਤੋਂ ਹੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਹਾਜ਼ਰੀਆਂ ਭਰ ਕੇ ਬਾਣੀ ਪੜ੍ਹ ਸੁਣ ਕੇ ਲਾਹੇ ਲੈ ਰਹੇ ਹੋ। ਗੁਰੂ ਸਾਹਿਬ ਜੀ ਦੇ ਸੁੰਦਰ ਦਰਬਾਰ ਦੀਵਾਨ ਸਜੇ ਹਨ। ਬੇਅੰਤ ਸੰਗਤਾਂ ਗੁਰੂ ਚਰਨਾਂ ਵਿੱਚ ਤਿਲ ਫੁੱਲ ਭੇਟਾ ਅਰਪਣ ਕਰ ਰਹੀਆਂ ਹੈ। ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਆਪਾਂ ਜੋ ਨਿਤਨੇਮ ਨਾਲ ਹੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਸਰਵਣ ਕਰ ਰਹੇ ਹਾਂ। ਹੁਣ ਉਸ ਕਥਾ ਦਾ ਸਮਾਂ ਹੋਇਆ ਹੈ। ਜਿਵੇਂ ਅਚਲ ਬਟਾਲੇ ਗੁਰੂ ਸਾਹਿਬ ਜੀ ਦੀ ਸਿੱਧਾਂ ਨਾਲ ਗੋਸ਼ਟ ਹੋਈ, ਅਤੇ ਜਦੋਂ ਇਹ ਸਾਰੇ ਆਪਣੀ ਸ਼ਕਤੀ ਖਿਚਵਾ ਕੇ ਆਰਾਮ ਨਾਲ ਬੈਠੇ ਹੋਏ ਸੀ, ਇੰਨੇ ਨੂੰ ਜੋ ਗੁਰੂ ਜੀ ਕਾ ਸਿੱਖ ਅਜਿੱਤਾ ਚੌਧਰੀ, ਉਹ ਮਰੇ ਹੋਏ ਪੰਛੀ ਆਪਣੀ ਸ਼ਕਤੀ ਨਾਲ ਉਡਾ ਉਡਾ ਕੇ ਜੀਵਤ ਕਰ ਕਰਕੇ ਉਡਾਈ ਜਾ ਰਿਹਾ ਸੀ। ਜਿਸ ਕਰਕੇ ਗੁਰੂ ਜੀ ਨੇ ਪੁੱਛਿਆ ਵੀ ਇਹ ਕੌਣ ਹੈ ਐਸਾ ਜਿਹੜਾ ਮਰੇ ਹੋਏ ਪੰਛੀਆਂ ਨੂੰ ਜਿਉਂਦਾ ਕਰੀ ਜਾ ਰਿਹਾ ਹੈ। ਸਿੱਧਨਾਥ
ਤਰਕ ਜੀ ਕਰਕੇ ਬੋਲੇ ਵੀ ਆਪ ਜੀ ਦਾ ਚੇਲਾ ਹੀ ਹੋਰ ਕੌਣ ਹੋਣਾ ਹੈ। ਆਪ ਜੀ ਦੇ ਘਰ ਵਿੱਚ ਸ਼ਕਤੀ ਹੈ, ਆਪ ਵਿੱਚ ਸ਼ਕਤੀ ਹੈ, ਜਾਂ ਤੁਹਾਡੇ ਸਿੱਖਾਂ ਸੇਵਕਾਂ 'ਚ ਸ਼ਕਤੀ ਹੈ, ਹੋਰ ਕਿਸੇ 'ਚ ਕਿੱਥੇ ਹੈਗੀ। ਆਪ ਵੀ ਦਿਖਾਉਂਦੇ ਹੋ ਅਤੇ ਉਹ ਵੀ ਦਿਖਾਈ ਜਾ ਰਹੇ, ਅਤੇ ਸਾਹਮਣੇ ਦਿਖਾ ਰਿਹਾ। ਗੁਰੂ ਸਾਹਿਬ ਜੀ ਨੇ ਅਜੀਤੇ ਚੌਧਰੀ ਨੂੰ ਕੋਲ ਬੁਲਾਇਆ। ਜਦੋਂ ਕੋਲ ਆਇਆ ਤਾਂ ਦੇਖ ਕੇ ਹੀ ਸਾਰੀ ਸ਼ਕਤੀ ਖਿੱਚ ਲਈ। ਫਿਰ ਤਾਂ ਬੜਾ ਐਵੇਂ ਖਾਲੀ ਜਿਵੇਂ ਘੜਾ ਹੁੰਦਾ, ਖਾਲੀ ਮਟਕਾ ਹੁੰਦਾ, ਐਵੇਂ ਛੂਛਾ ਜਿਹਾ ਹੋ ਕੇ ਆਰਾਮ ਨਾਲ ਬੈਠ ਗਏ। ਉਪਰਾਮ ਹੋ ਕੇ ਸੰਗਤਾਂ ਦਰਸ਼ਨ ਕਰ ਰਹੀਆਂ ਬੇਅੰਤ ਆਣ ਕੇ। ਇੰਨੇ ਨੂੰ ਇੱਕ ਤਰਖਾਣ ਆ ਗਿਆ, ਆਪਣੇ ਪੁੱਤਰ 12 ਸਾਲਾਂ ਦੇ ਬੱਚੇ ਨੂੰ ਲੈ ਕੇ ਗੁਰੂ ਸਾਹਿਬ ਜੀ ਚਰਨਾਂ 'ਤੇ ਮੱਥਾ ਟੇਕਿਆ ਅਤੇ ਕਹਿਣ ਲੱਗਾ, ਮਹਾਰਾਜ ਆਪ ਜੀ ਦਾ ਬਹੁਤ ਉੱਚਾ ਤੇਜ ਪ੍ਰਤਾਪ ਹੈ। ਜਿਸ ਉੱਚੇ ਤੇਜ ਪ੍ਰਤਾਪ ਕਰਕੇ ਮੇਰਾ ਪੁੱਤਰ ਜੋ ਆਪ ਜੀ ਨੇ ਬਖਸ਼ਿਆ ਜਿਉਂਦਾ ਰਿਹਾ ਹੈ। ਗੁਰੂ ਸਾਹਿਬ ਜੀ ਕਹਿੰਦੇ ਵੀ ਸਾਡੇ ਕਰਕੇ ਜਿਉਂਦਾ ਉਹ ਕਿਵੇਂ। ਫਿਰ ਸਾਰੀ ਗੱਲ ਦੱਸੀ ਵੀ ਮਹਾਰਾਜ ਮੇਰੇ ਘਰ ਧੀਆਂ ਪੁੱਤਰ ਜਦੋਂ ਹੀ ਪੈਦਾ ਹੁੰਦੇ ਅਤੇ ਉਹ ਮਰ ਜਾਂਦੇ ਸਨ। ਮੈਂ ਬੜੇ ਪੀਰ ਸਿੱਧ ਮਨਾਏ ਪਰ ਉਹ ਬਚਦੇ ਨਹੀਂ ਸੀ। ਅਖੀਰੀ ਆਪ ਜੀ ਦੀ ਮਹਿਮਾ ਸੁਣੀ। ਮੈਂ ਮਨ ਵਿੱਚ ਧਾਰ ਲਈ ਵੀ ਜੇ ਬੱਚਾ ਮੇਰਾ ਜਿਉਂਦਾ ਰਹਿ ਗਿਆ ਅਤੇ ਮੈਂ ਆਪ ਜੀ ਨੂੰ ਭੇਟਾ ਕਰ ਦਿਆਂਗਾ। ਉਹ ਆਪ ਜੀ ਦੀ ਕਿਰਪਾ ਨਾਲ ਜਿਉਂਦਾ ਰਿਹਾ, ਇਸ ਕਰਕੇ ਮੈਂ ਆਪ ਜੀ ਨੂੰ ਸੌਂਪ ਦਿੱਤਾ ਹੈ। ਹੁਣ ਇਹ ਤੁਹਾਡਾ ਹੀ ਹੈ, ਇਹ ਜਿਉਂਦਾ ਰਹੇ ਨਾ ਰਹੇ, ਤੁਸੀਂ ਜੋ ਮਰਜ਼ੀ ਮਹਾਰਾਜ ਕਰੋ, ਤੁਸੀਂ ਰੱਖ ਲਓ। ਅਤੇ ਗੁਰੂ ਸਾਹਿਬ ਜੀ ਇਹ ਵੇਖ ਕੇ ਬੱਚੇ ਵੱਲ ਅਤੇ ਕਹਿੰਦੇ ਵੀ ਸਪੁੱਤਰ ਬਾਲਕ ਪਹਿਲਾਂ ਲੱਕੜਾਂ ਇਕੱਠੀਆਂ ਕਰਵਾ ਲਈਆਂ। ਕਹਿੰਦੇ ਵੀ ਅੱਗ ਬੁਲਾ ਦਿਓ, ਅੱਗ ਲਾ ਦਿੱਤੀ। ਮਹਾਰਾਜ ਕਹਿੰਦੇ ਵੀ ਇਹ ਬਾਲਕੇ ਦੇ ਵਿੱਚ ਤੂੰ ਬੈਠ ਜਾ। ਇਹਦਾ ਨਾਮ ਸੰਗਤੀਆ ਰੱਖਿਆ ਸੀ ਵੀ ਇਹ ਗੁਰੂ ਕੀ ਸੰਗਤ ਦਾ ਹੀ ਬੱਚਾ ਅਤੇ ਗੁਰੂ ਦੀ ਸੰਗਤ ਵਿੱਚ ਹੀ ਰਹੇਗਾ। ਬੜੇ ਵੱਡੇ ਹੌਸਲੇ ਵਾਲਾ ਸੀ, ਜਿਸ ਕਰਕੇ ਗੁਰੂ ਦੇ ਬਚਨ ਸੁਣੇ, ਧੀਰਜ ਹੌਸਲਾ ਵੱਡਾ ਰੱਖ ਕੇ ਅਤੇ ਇਹ ਬੱਚਾ ਅੱਗ 'ਚ ਬੈਠ ਗਿਆ। ਸਵਾ ਪਹਿਰ 4 ਘੰਟੇ ਤੱਕ ਜਦੋਂ ਬੈਠਾ ਰਿਹਾ, ਸਾਰੇ ਲੋਕ ਵੇਖ ਕੇ ਹੈਰਾਨ ਵੀ ਵੇਖੋ ਇੱਕੋ ਇੱਕ ਵਿਚਾਰੇ ਦਾ ਬੱਚਾ ਸੀ, ਉਹ ਵੀ ਗੁਰੂ ਨੂੰ ਭੇਟਾ ਕਰ ਦਿੱਤਾ। ਗੁਰੂ ਨੂੰ ਸਾੜਨਾ ਚਾਹੁੰਦੇ ਆ ਵੀ ਇਹ ਕੀ ਅਚਰਜ ਹੈ। ਪਰ ਇਹ ਤਾਂ ਮਹਾਰਾਜ ਦੇ ਆਪਣੀ ਚਰਤ ਕੌਤਕ, ਆਪਣੇ ਚਰਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ। ਆਪਣੀ ਕੀਮਤ ਗਤ ਮਿਤ ਆਪ ਹੀ ਪਰਮੇਸ਼ਰ ਜਾਣਦਾ, ਕੋਈ ਨਹੀਂ ਜਾਣਦਾ। ਗੁਰੂ ਦਾ ਕੀ ਕੌਤਕ ਹੈ। ਜਦੋਂ ਇਹ ਬੱਚਾ ਸੜਿਆ ਹੀ ਨਾ ਕਿ ਸੋ ਕੋ ਬਿਸਰੇ ਜੇ ਅਗਨ ਮਹਿ ਰਾਖੈ। ਗੁਰੂ ਮਹਾਰਾਜ ਜਦੋਂ ਅਗਨ ਵਿੱਚ ਅੱਗ ਵਿੱਚ ਰੱਖਿਆ, ਬੜੇ ਪ੍ਰਸੰਨ ਹੋਏ। ਕਹਿੰਦੇ ਹੇ ਭਾਈ, ਹੇ ਬਾਲਕ ਸੰਗਤੀਆ, ਤੂੰ ਵੀ ਨਿਹਾਲ ਹੋ ਗਿਆ। ਅੱਜ ਜੰਮਣ ਮਰਨ ਦਾ ਦੁੱਖ ਤੋਂ ਤੂੰ ਰਹਿਤ ਹੋ ਗਿਆ ਹੈ, ਸਫਲਾ ਨਿਹਾਲ ਹੋ ਗਿਆ, ਕਿਰਤਾਰਥ ਹੋ ਗਿਆ। ਜੰਮ ਦੀ ਫਾਹੀ ਨਹੀਂ ਪਏਗੀ, ਤੂੰ ਛੁੱਟ ਗਿਆ ਹੈ। ਹੁਣ ਤੂੰ ਵੀ ਅੱਗ ਤੋਂ ਬਾਹਰ ਆ ਜਾ। ਬਾਹਰ ਆਇਆ। ਗੁਰੂ ਸਾਹਿਬ ਜੀ ਨੇ ਬੜਾ ਪ੍ਰੇਮ ਕੀਤਾ। ਕਹਿੰਦੇ ਵੀ ਕੀ ਮੰਗਦਾ, ਜੋ ਮੰਗਦਾ ਮੰਗ। ਕਹਿਣ ਲੱਗਾ ਮਹਾਰਾਜ ਮੈਂ ਕੀ ਮੰਗਣਾ ਹੈ। ਆਹ ਜੋ ਸਿੱਧ ਵਿਚਾਰੇ ਖਾਲੀ ਹੋ ਕੇ ਸ਼ਕਤੀਆਂ ਤੋਂ ਬੈਠੇ ਹੈ, ਆਪ ਜੀ ਦਾ ਸਿੱਖ ਭਾਈ ਜਿੱਤਾ ਬੈਠਾ ਹੈ, ਆਪ ਜੀ ਇਹਨਾਂ ਨੂੰ ਸ਼ਕਤੀਆਂ ਬਖਸ਼ ਦਿਓ। ਬਸ ਇਹੀ ਮੇਰੀ ਬੇਨਤੀ ਹੈ। ਗੁਰੂ ਸਾਹਿਬ ਕਹਿੰਦੇ ਵੀ ਬੱਚੇ ਸਿੱਧਨਾਥ ਲੋਕ ਅਜਿੱਤਾ ਵੀ ਆਪਣਾ ਮਾਣ ਸਤਿਕਾਰ ਵਧਾਉਣ ਲਈ ਸ਼ਕਤੀਆਂ ਦਿਖਾਉਂਦਾ, ਐਵੇਂ ਹੰਕਾਰੀ ਹੁੰਦੇ ਹੈ, ਇਸ ਕਰਕੇ ਦੇਣ ਯੋਗ ਨਹੀਂ ਹੈ। ਬਾਕੀ ਤੂੰ ਕਹਿਣਾ ਤੇ ਅਸੀਂ ਵਾਪਸ ਕਰ ਦਿੰਦੇ, ਕਿਉਂਕਿ ਗੁਰੂ ਜੀ ਸਿੱਖ ਦਾ ਕਿਹਾ ਬਚਨ ਕਦੀ ਮੋੜਦੇ ਨਹੀਂ। ਉਹ ਪੂਰਾ ਕੀਤਾ। ਇਹ ਸਿੱਧਨਾਥ ਉਸੇ ਵੇਲੇ ਸ਼ਕਤੀਆਂ ਵਾਲੇ ਹੋ ਗਏ, ਫਿਰ ਭਰ ਗਏ। ਲੋਕ ਬੜੇ ਪਰੇਸ਼ਾਨ ਹੈਰਾਨ ਹੋਏ ਇਸ ਗੱਲ ਪਿੱਛੇ ਵੀ ਵੇਖੋ ਛੋਟਾ ਜਿਹਾ ਇਹ ਬੱਚਾ ਹੈ ਪਰ ਪਰਉਪਕਾਰੀ ਹੈ ਵੱਡਾ, ਜਿਹਨੇ ਵੀ ਸਾਰਿਆਂ ਨੂੰ ਬਖਸ਼ਾ ਲਿਆ ਹੈ। ਫਿਰ ਸਿੱਧਨਾਥ ਵੀ ਕਹਿੰਦੇ ਮਹਾਰਾਜ ਧੰਨ ਹੈ ਤੁਹਾਡੀ ਸਿੱਖੀ, ਧੰਨੋ ਤੁਸੀਂ, ਧੰਨੋ ਤੁਹਾਡੇ ਸਿੱਖ ਪਿਆਰੇ ਜਿਹੜੇ ਪਰਉਪਕਾਰ ਕਰਦੇ, ਦੂਜਿਆਂ ਦਾ ਦੁੱਖ ਵੇਖ ਕੇ ਸਹਾਰਦੇ ਨਹੀਂ ਹੈ, ਦੁੱਖ ਦੀ ਪੀੜਾ ਦੂਰ ਕਰਦੇ, ਸਗੋਂ ਆਪ ਜੀ ਦਾਸ ਸੇਵਕ ਵੀ।
ਫਿਰ ਗੁਰੂ ਮਹਾਰਾਜ ਬੜੇ ਪ੍ਰਸੰਨ ਹੋਏ ਅਤੇ ਇਹਨਾਂ ਸਾਰਿਆਂ ਨੇ ਮੱਥਾ ਟੇਕਿਆ। ਸਿੱਧਾ ਨਾਥਾਂ ਨੇ ਗੋਰਖਨਾਥ, ਮੰਗਲਨਾਥ, ਚਰਪਟਨਾਥ, ਘੁੱਗੂਨਾਥ, ਝੰਗਰਨਾਥ, ਲੰਗਰਨਾਥ, ਊਰਮ ਧੂਰਮ ਸਭ ਗੁਰੂ ਜੀ ਅੱਗੇ ਝੁਕੇ। ਪਰ ਭੰਗਰਨਾਥ ਫਨੀਅਰ ਸੱਪ ਵਾਂਗੂ ਇਹ ਨਹੀਂ ਝੁਕਿਆ। ਕਹਿੰਦਾ ਵੀ ਮੈਂ ਕੁਝ ਝੁਕਾਂ। ਇਹ ਤਾਂ ਇਵੇਂ ਜਿਵੇਂ ਕਿ ਕਦੀ ਗੰਗਾ ਕਦੀ ਉਹ ਪੱਛਮ ਵੱਲ ਨਹੀਂ ਬਹਿੰਦੀ ਹੈ, ਜੇ ਉਹ ਬਹਿ ਵੀ ਜਾਵੇ ਮੈਂ ਤਾਂ ਵੀ ਨਾ ਮੱਥਾ ਟੇਕਾਂ। ਸੂਰਜ ਕਦੀ ਲਹਿੰਦੀ ਤਰਫ ਨਹੀਂ ਚੜ੍ਹਿਆ ਅਤੇ ਚੜ੍ਹਦੀ ਤਰਫ ਡੁੱਬਿਆ ਨਹੀਂ ਹੈ। ਜੇ ਕਿਤੇ ਇੱਦਾਂ ਹੋ ਜਾਵੇ ਤਾਂ ਵੀ ਮੱਥਾ ਨਹੀਂ ਮੈਂ ਟੇਕਾਂਗਾ। ਸਮੇਰ ਪਰਬਤ ਖੰਭ ਲਾ ਕੇ ਅੱਜ ਤੱਕ ਉੱਡਿਆ ਨਹੀਂ, ਜੇ ਉਹ ਵੀ ਉੱਡ ਜਾਵੇ ਮੈਂ ਤਾਂ ਵੀ ਨਹੀਂ ਮੱਥਾ ਟੇਕਾਂਗਾ। ਅਸੀਂ ਸਿੱਧ ਹੁੰਦੇ ਹਾਂ। ਇਹ ਬਾਲ ਬੱਚੇ ਵਾਲੇ ਗ੍ਰਹਿਸਥੀ ਗੁਰੂ ਨਾਨਕ ਸਾਹਿਬ ਨੂੰ ਕਿਵੇਂ ਮੈਂ ਮੱਥਾ ਟੇਕਾਂ, ਕਿਵੇਂ ਝੁਕਾਂ। ਇਹ ਕਹਿ ਕੇ ਤੇ ਆਕਾਸ਼ ਵਿੱਚ ਉੱਡ ਗਿਆ। ਤਾਂ ਪੰਛੀਆਂ ਵਾਂਗ ਚੀਕਾਂ ਜਿਹੀਆਂ ਮਾਰੀ ਜਾਏ। ਗੁਰੂ ਸਾਹਿਬ ਜੀ ਜਾਣ ਲਿਆ ਵੀ ਹੰਕਾਰੀ, ਇਹਦਾ ਹੰਕਾਰ ਦੂਰ ਕਰਨਾ ਹੀ ਚਾਹੀਦਾ। ਫਿਰ ਮਹਾਰਾਜ ਜੀ ਨੇ ਆਪਣੀ ਖੜਾਂ ਜਿਹੜੀ ਚਰਨ ਦੀ ਉਹਦੇ ਪਿੱਛੇ ਛੱਡ ਦਿੱਤੀ। ਇਹ ਜਿੱਥੇ ਜਿੱਥੇ ਜਾਵੇ ਉੱਥੇ ਪਿੱਛੇ ਪਿੱਛੇ ਖੜਾਂ 'ਚ ਸਿਰ 'ਚ ਜਾ ਵੱਜੇ, ਬੜੀ ਪੀੜਾ ਮਨਾਵੇ। ਇਹ ਹੋਰ ਤਾਂ ਜਾਵੇ ਖੜਾਂ ਇਹ ਤੋਂ ਉੱਚੀ। ਬੜਾ ਖਹਿੜਾ ਛਡਾਉਣ ਦੇ ਯਤਨ ਕੀਤੇ। ਜਦੋਂ ਕੋਈ ਯਤਨ ਨਾ ਚੱਲਿਆ, ਅਖੀਰ ਇਹਨੇ ਸੋਚਿਆ ਵੀ ਇਹ ਨਹੀਂ ਹਟਣੀ। ਫਿਰ ਥੱਲੇ ਆਇਆ, ਸ਼ਰਮਿੰਦਤ ਹੋ ਕੇ ਗੁਰੂ ਸਾਹਿਬ ਜੀ ਦੇ ਪਾਸ ਆ ਕੇ ਬੈਠ ਗਿਆ, ਮੱਥਾ ਟੇਕਿਆ ਇਹਨੇ। ਜਿਵੇਂ ਫਿਰ ਗੁਰੂ ਸਾਹਿਬ ਜੀ ਨੇ ਨਾਲ ਸਿੱਧਾਂ ਨੇ ਹੋਰ ਵੀ ਬਚਨ ਬਿਲਾਸ ਕੀਤੇ ਹੈ। ਜਿਵੇਂ ਗੋਰਖਨਾਥ ਨੇ ਇਹਨੂੰ ਕਿਹਾ ਵੀ ਭੰਗਰਨਾਥਾ ਤੂੰ ਬੇਇੱਜ਼ਤੀ ਕਰਾਏ ਤੋਂ ਬਿਨਾਂ ਬਹਿੰਦਾ ਨਹੀਂ ਗਾ, ਹੁਣ ਚੰਗਾ ਰਿਹਾ। ਉਹ ਰਹਿੰਦਾ ਜਿਹੜਾ ਪ੍ਰਸੰਗ ਅੱਜ ਆ ਰਿਹਾ ਹੈ। ਜਿਵੇਂ ਵੀ ਕਥਾ ਵਿਚਾਰ ਆਉਂਦੀ ਹੈ ਆਓ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਨਿਵਾਓ ਸੀਸ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਗੋਰਖ ਦੇਖ ਬਦਨ ਕੋ ਕਹਾ। ਜਦੋਂ ਇਹ ਭੰਗਰਨਾਥ ਹਾਰ ਖਾ ਕੇ ਥੱਲੇ ਉਤਰ ਆਇਆ, ਖੜਾਵਾਂ ਇਹਦੇ ਸਿਰ 'ਚ ਵੱਜਦੀਆਂ ਸਨ, ਬੜੀ ਪੀੜ ਹੋਈ। ਗੁਰੂ ਸਾਹਿਬ ਜੀ ਦੇ ਚਰਨਾਂ 'ਚ ਮੱਥਾ ਟੇਕਿਆ, ਕੋਲ ਹੋ ਕੇ ਬੈਠ ਗਿਆ। ਗੋਰਖਨਾਥ ਭੰਗਰਨਾਥ ਨੂੰ ਬੜਾ ਹੁਣ ਨਿਮਾਣਾ ਜਿਹਾ ਹੋਇਆ ਦੇਖ ਕੇ ਤੇ ਬਚਨ ਕਹਿਣ ਲੱਗਾ, ਕਿਉਂ ਕਰਵਾਏ ਬਿਨਾ ਨਾ ਰਹਿ। ਉਹ ਭੰਗਰਨਾਥਾ ਤੂੰ ਬੇਇੱਜ਼ਤੀ ਕਰਾਏ ਤੋਂ ਬਿਨਾਂ ਤੂੰ ਰਹਿੰਦਾ ਨਹੀਂ ਹੈ, ਅਛਿੱਤਰ ਪੋਲੇ ਹੋਏ ਤੋਂ ਬਿਨਾਂ ਤੂੰ ਬੈਠਦਾ ਨਹੀਂ ਹੈ। ਕਲੀ ਕਾਲ ਮੈਂ ਸ੍ਰੀ ਕਰਤਾਰਾ। ਉਹ ਥੋੜ੍ਹਾ ਸਮਝਣਾ ਵੀ ਜੋ ਕਰਤਾਰ ਪਰਮੇਸ਼ਰ ਵਾਹਿਗੁਰੂ ਹੈ ਉਹੀਓ ਹੀ ਕਲਯੁਗ ਦੇ ਵਿੱਚ ਨਾਮ ਜਪਾਵਨ ਹਿਤ ਤਨ ਧਾਰਾ। ਨਾਮ ਸਤ ਨਾਮ ਵਾਹਿਗੁਰੂ ਨੂੰ ਜਪਾਉਣ ਵਾਸਤੇ ਹੀ ਉਸ ਪਰਮੇਸ਼ਰ ਨੇ ਕਲਯੁਗ ਦੇ ਵਿੱਚ ਗੁਰੂ ਨਾਨਕ ਸਾਹਿਬ ਸਰੂਪ ਵਿੱਚ ਸਰੀਰ ਧਾਰਨ ਕੀਤਾ ਅਤੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਹੀ ਹੈ। ਇਸ ਕੀ ਸਮਤਾ ਹੋਏ ਨਾ ਕਾਸੇ। ਇਸ ਕਰਕੇ ਭੰਗਰਨਾਥ ਕਿਸੇ ਤਰ੍ਹਾਂ ਵੀ ਜੋ ਪਰਮੇਸ਼ਰ ਹੁੰਦਾ ਦੀ ਬਰਾਬਰੀ ਨਹੀਂ ਹੁੰਦੀ, ਅਤੇ ਗੁਰੂ ਨਾਨਕ ਸਾਹਿਬ ਪਰਮੇਸ਼ਰ ਹੈ, ਇਹਨਾਂ ਦੀ ਬਰਾਬਰੀ ਹੋ ਨਹੀਂ ਸਕਦੀ ਕਿਸੇ ਤਰ੍ਹਾਂ ਵੀ। ਬੰਧਨ ਕਰਹੁ ਭਲਾ ਹੋਏ ਜੈਸੇ। ਬਸ ਬੰਧਨ ਹੀ ਕਰੋ, ਮੱਥਾ ਹੀ ਟੇਕਣਾ ਕਰੋ ਜਿਸ ਤਰ੍ਹਾਂ ਵੀ ਸਾਡਾ ਭਲਾ ਹੀ ਹੋਵੇ। ਨੀਕੇ ਬਚਨ ਸਨਾਪਨ ਕਹੋ। ਚੰਗੇ ਬਚਨ ਇਹਨਾਂ ਨੂੰ ਕਹੋ। ਗੁਰੂ ਨਾਨਕ ਸਾਹਿਬ ਜੀ ਨਾਲ ਚੰਗੇ ਬਚਨ ਕਹੋ। ਨੀਕੇ ਗੁਣ ਗਾਓ ਮਿਟਿ ਰੋਗ। ਚੰਗੇ ਗੁਣ ਗਾ, ਹੰਕਾਰ ਦਾ ਰੋਗ ਮਿਟੇਗਾ। ਚੰਗੇ ਬਚਨ ਕਹਿ ਤੇ ਚੰਗੇ ਬਚਨ ਇਹਨਾਂ ਕੋ ਸੁਣ। ਤਤ ਗਿਆਨ ਕੋ ਔਰ ਮਹਿ ਲਹੋ। ਜਿਹੜਾ ਤਤ ਗਿਆਨ ਹੈ, ਯਥਾਰਥ ਗਿਆਨ,
ਸਹਿਜ ਸਰੂਪ ਦੀ ਲਖਤਾ ਦਾ ਗਿਆਨ ਹੈ ਉਹ ਹਿਰਦੇ ਵਿੱਚ ਲਹੋ ਪ੍ਰਾਪਤ ਕਰੋ। ਪੁਨ ਗੋਰਖ ਗੁਰ ਸੰਗ ਉਚਾਰਾ। ਫਿਰ ਗੋਰਖਨਾਥ ਨੇ ਗੁਰੂ ਸਾਹਿਬ ਜੀ ਨਾਲ ਬਚਨ ਕਿਹਾ। ਕਲੀ ਕਾਲ ਮਹਿ ਕਿਆ ਵਰਤਾਰਾ। ਕਿ ਮਹਾਰਾਜ ਕਲਯੁਗ ਦੇ ਵਿੱਚ ਕੀ ਵਰਤਾਰਾ ਵਰਤ ਰਿਹਾ ਹੈ, ਜਾਂ ਕਲਯੁਗ ਦੇ ਵਿੱਚ ਵੀ ਕੀ ਵਰਤਾਰਾ ਵਰਤੇਗਾ, ਕੀ ਵਰਤਾਰਾ ਵਰਤ ਰਿਹਾ, ਕੀ ਕਰਦਾ ਵਰਤਾਰਾ ਵਰਤੇਗਾ। ਇਵੇਂ ਗੋਰਖਨਾਥ ਨੇ ਪੁੱਛਿਆ। ਜਿਵੇਂ ਭਾਈ ਗੁਰਦਾਸ ਜੀ ਨੇ ਲਿਖਿਆ, ਫਿਰ ਪੁੱਛਣ ਸਿੱਧ ਨਾਨਕਾ ਮਾਤ ਲੋਕ ਵਿੱਚ ਕਿਆ ਵਰਤਾਰਾ। ਸਭ ਸਿੱਧ ਇਹ ਬੁੱਝਿਆ ਕਲ ਤਾਰਨ ਨਾਨਕ ਅਵਤਾਰਾ। ਬਾਬੇ ਆਖਿਆ ਨਾਥ ਜੀ ਸੱਚ ਚੰਦਰਮਾ ਕੂੜ ਅੰਧਾਰਾ। ਕੂੜ ਅਮਾਵਸ ਵਰਤਿਆ ਹਉ ਭਾਲਣ ਚੜਿਆ ਸੰਸਾਰਾ। ਪਾਪ ਗਰਾਸੀ ਪਿਰਥਮੀ ਧੌਲ ਖੜਾ ਧਰ ਹੇਠ ਪੁਕਾਰਾ। ਵੀ ਸਿੱਧਾ ਨਾਥਾਂ ਨੇ ਇਹ ਪੁੱਛਣਾ ਕੀਤਾ ਗੁਰੂ ਸਾਹਿਬ ਜੀ ਨੂੰ ਕਲਯੁਗ ਦੇ ਸੰਬੰਧ ਵਿੱਚ ਕਿ ਮਹਾਰਾਜ ਜੀ ਕਲਯੁਗ ਵਿੱਚ ਕੀ ਵਰਤਾਰਾ ਵਰਤ ਰਿਹਾ ਅਤੇ ਕੀ ਵਰਤਾਰਾ ਵਰਤੇਗਾ। ਬੈਠੇ ਸਭ ਹੀ ਸਿੱਧ ਸਮੀਪਾ। ਉਸ ਵੇਲੇ ਸਾਰੇ ਸਿੱਧ ਜਿਹੜੇ ਹੈ ਸਤਿਗੁਰ ਜੀ ਦੇ ਕੋਲ ਹੀ ਬੈਠੇ ਹੋਏ ਸਨ। ਤਬ ਬੋਲੇ ਬੇਦੀ ਕੁਲ ਦੀਪਾ। ਚਲੋ ਬੇਦੀਆਂ ਦੇ ਕੁਲ ਦੇ ਜੋ ਦੀਵਾ ਪ੍ਰਕਾਸ਼ ਰੂਪ ਹੈ ਸਤਿਗੁਰੂ ਜੀ ਗੁਰਬਾਣੀ ਦੇ ਰਾਹੀਂ ਬਚਨ ਬੋਲੇ ਮਹਾਨ ਹੀ। ਸਲੋਕ ਮਹਲਾ ਪਹਿਲਾ। ਸੱਚ ਕਾਲ ਕੂੜ ਵਰਤਿਆ। ਸ਼ਲੋਕ ਮਹਲਾ ਪਹਿਲਾ। ਪਹਿਲੇ ਪਾਤਸ਼ਾਹ ਜੀ ਦਾ ਬਚਨ ਹੈ, ਸ਼ਬਦ ਹੈ, ਸ਼ਲੋਕ ਹੈ, ਜੋ ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਇਹ ਸ਼ਬਦ ਆਉਂਦਾ ਹੈ 11ਵੇਂ ਛੱਕੇ ਦੇ ਸਮੇਤ, 11ਵੇਂ ਛੱਕੇ ਪੌੜੀ ਦੇ ਸਮੇਤ। ਅਤੇ ਗੁਰੂ ਸਾਹਿਬ ਜੀ ਕਹਿਣ ਲੱਗੇ, ਹੇ ਸਿੱਧੋ, ਇਹਨਾਂ ਪੁੱਛਿਆ ਨਾ ਮਹਾਰਾਜ ਵੀ ਕਲਯੁਗ ਵਿੱਚ ਕੀ ਵਰਤਾਰਾ ਵਰਤ ਰਿਹਾ ਹੈ, ਮਾਤ ਲੋਕ ਵਿੱਚ ਕੀ ਵਰਤੇਗਾ। ਕਿਉਂ ਕਈ ਜਿਵੇਂ ਸੰਪਰਦਾਇ ਟੀਕੇ ਅਮੀਰ ਭੰਡਾਰ ਆਦਿਕ ਹੈ, ਉਹਦੇ ਵਿੱਚ ਇਹ ਦੱਸਿਆ ਵੀ ਇਹ ਜਿਹੜੇ ਬਚਨ ਹੈ ਸਿੱਧਾਂ ਨੇ ਸਮੇਰ ਪਦ ਵਰਤੇ ਸਤਿਗੁਰੂ ਜੀ ਨੂੰ ਪੁੱਛਿਆ ਸੀ ਅਤੇ ਗੁਰੂ ਸਾਹਿਬ ਜੀ ਨੇ ਉਦੋਂ ਦੱਸਿਆ। ਇੱਥੇ ਵੀ ਸਿੱਧ ਉਹੀ ਉਹ ਹੈ, ਉੱਥੇ ਵੀ ਉਹੀ ਉਹ ਹੈ। ਅਤੇ ਮਹਾਰਾਜ ਜੀ ਨੇ ਜਿਸ ਵੇਲੇ ਫਿਰ ਇਹ ਸ਼ਬਦ ਉਚਾਰਨ ਕੀਤਾ, ਸੱਚ ਕਾਲ ਕੂੜ ਵਰਤਿਆ। ਹੇ ਸਿੱਧੋ, ਜਿਹੜਾ ਸੱਚ ਹੈ, ਸੱਚ ਬੋਲਣ ਵਾਲੇ ਹੈ, ਸੱਚ ਬੋਲਣ ਵਾਲਿਆਂ ਦਾ ਤਾਂ ਕਲਯੁਗ ਵਿੱਚ ਕਾਲ ਹੀ ਪੈ ਗਿਆ ਹੈ। ਕਿਤੇ ਕੋਈ ਸੱਚ ਨਹੀਂ ਬੋਲਦਾ, ਕਿਤੇ ਕਿਤੇ ਕੋਈ ਹੈ ਹਜ਼ਾਰਾਂ ਲੱਖਾਂ 'ਚ ਇੱਕ ਜਿਹੜਾ ਸੱਚ ਬੋਲ ਰਿਹਾ ਹੈ। ਸੱਚ ਬੋਲਣ ਵਾਲਿਆਂ ਦਾ ਤਾਂ ਕਾਲ ਹੀ ਪੈ ਗਿਆ। ਸਭ ਪਾਸੇ ਕੂੜ ਹੀ ਕੂੜ ਪ੍ਰਧਾਨ ਹੋਇਆ। ਝੂਠ ਹੀ ਝੂਠ ਬੋਲ ਰਹੇ, ਝੂਠ ਹੀ ਝੂਠ ਵਰਤਿਆ ਹੋਇਆ ਹੈ। ਜਿੱਧਰ ਦੇਖੋ ਉੱਧਰ ਹੀ ਝੂਠ ਬੋਲ ਰਹੇ ਹਨ। ਕਲ ਕਾਲਖ ਬੇਤਾਲ। ਤੇ ਕਲ ਕਹੀਏ ਕਲਯੁਗ ਦੇ ਜਿਹੜੇ ਸਮਾਂ ਹੈ, ਕਲਯੁਗ ਦੀ ਕਿਰਿਆ ਕਾਲਖਵਤ ਹੈ, ਜਿਸ ਕਰਕੇ ਇਹਦੇ ਵਿੱਚ ਜਿਹੜੇ ਜੀਵ ਹੈ ਉਹ ਵੀ ਭੂਤਨਿਆਂ ਵਾਂਗ ਹੋ ਰਹੇ। ਕਲ ਕਾਲਖ ਬੇਤਾਲ। ਕਲਯੁਗ ਦੇ ਸਮੇਂ ਦੀ ਜਿਹੜੀ ਕਿਰਿਆ ਹੈ ਇਹ ਪਾਪਾਂ ਵਾਲੀ ਕਿਰਿਆ, ਜਿਸ ਕਰਕੇ ਜੀਵ ਪਾਪ ਕਰ ਕਰਕੇ ਭੂਤਨੇ ਹੋ ਰਹੇ, ਬੇਤਾਲ ਹੋ ਰਹੇ ਹੈ। ਕਲ ਕਾਲਖ ਬੇਤਾਲ ਕਿ ਜਿਹੜੇ ਕਲਯੁਗ ਦੇ ਵਿੱਚ ਕਲਯੁਗ ਦੇ ਜੀਵਾਂ ਦੀਆਂ ਕਲਪਨਾ ਦੇ ਪਾਪਾਂ ਕਰਕੇ ਭੂਤਨੇ ਹੋ ਰਹੇ ਹੈ। ਫਿਰ ਬੇਤਾਲ, ਜਿਹੜਾ ਤਾਲ ਕਹੀਏ ਸਵੈ ਸਰੂਪ ਹੈ, ਸਰੂਪ ਦੀ ਲਖਤਾਂ ਤੋਂ ਬੇਕਹੀਏ ਰਹਿਤ ਹੋ ਰਹੇ ਹੈ। ਬੁਰੀ ਹਾਲਤ ਹੋਈ ਪਈ ਕਲਯੁਗ ਦੇ ਵਿੱਚ ਜੀਵਾਂ ਦੀ। ਕਲਯੁਗ ਵਿੱਚ ਗੁਰੂ ਸਾਹਿਬ ਕਹਿੰਦੇ ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ। ਪੁੱਤ ਜਨੂਰਾ ਧੀਏ ਜਨੂਰੀ ਜੋਰੂ ਜਿਨ੍ਹਾਂ ਦਾ ਸਿਕਦਾਰ। ਇਹ ਹਾਲਤ ਹੋਈ ਪਈ ਹੈ। ਸੱਚ ਕਾਲ, ਸੱਚ ਵਿੱਚ ਕਾਲ ਦਾ ਅਤੇ ਸੱਚ ਦਾ ਅਤੇ ਕਾਲ ਹੀ ਪੈ ਗਿਆ ਕਲਯੁਗ ਵਿੱਚ। ਝੂਠ ਹੀ ਝੂਠ ਸਾਰੇ ਪਾਸੇ ਵਰਤਿਆ ਹੋਇਆ ਹੈ, ਝੂਠ ਹੀ ਪ੍ਰਧਾਨ ਹੋ ਰਿਹਾ। ਕਲਯੁਗ ਦੇ ਜਿਹੜੇ
ਕਿਰਿਆ ਪਾਪਾਂ ਵਾਲੀ ਹੋਣੇ ਕਰਕੇ ਸਾਰੇ ਬੇਤਾਲ ਭੂਤ ਹੀ ਭੂਤ ਹੋ ਰਹੇ ਹਨ। ਬਿਯੋ ਬੀਜ ਪਤ ਲੈ ਗਏ। ਬਿਯੋ ਜਿਹੜੇ ਪਿਛਲੇ ਯੁੱਗਾਂ ਵਿੱਚ ਕਰਮਾਂ ਰੂਪੀ ਬੀਜ ਬੀਜ ਕੇ 7 ਜਗ ਤਪ ਦਾਨ ਕਰਕੇ ਜਿਨ੍ਹਾਂ ਨੇ ਇਹ ਬੀਜ ਬੀਜਿਆ ਹੈ ਬਿਯੋ ਬੀਜ ਬੀਜਿਆ ਹੈ, ਉਹ ਆਪਣੀ ਇੱਜ਼ਤ ਪੱਤ ਲੈ ਕੇ ਪਰਲੋਕ ਵਿੱਚ ਚਲੇ ਗਏ। ਭਾਵ ਬਿਯੋ ਬੀਜ ਵੀ ਜਿਨ੍ਹਾਂ ਨੇ ਸਤਿਯੁਗ ਵਿੱਚ ਜਨਮ ਲਿਆ ਜੀਵਾਂ ਨੇ, ਉਹਨਾਂ ਸਤਿਯੁਗ ਵਿੱਚ ਜਿਹੜਾ ਯੋਗ ਦਾ ਬੀਜ ਬੀਜਿਆ, ਸਤਿਯੁਗ ਵਿੱਚ ਯੋਗ ਦਾ ਬੀਜ ਬੀਜਿਆ, ਨਾਲ ਸਤ ਬੋਲਿਆ, ਜਿਸ ਕਰਕੇ ਉਹ ਯੋਗ ਦੇ ਰੂਪੀ ਬੀਜ, ਸੱਚ ਬੋਲਣ ਰੂਪੀ ਬੀਜ ਬੀਜ ਕੇ ਤੇ ਬ੍ਰਹਮ ਲੋਕ ਵਿੱਚ ਆਪਣੀ ਇੱਜ਼ਤ ਪੱਤ ਲੈ ਕੇ ਸਤਿਯੁਗੀ ਜੀਵ ਚਲੇ ਗਏ। ਫਿਰ ਤ੍ਰੇਤੇ ਵਿੱਚ ਜਗ ਆਦਿਕ ਕਰਕੇ ਤੇ ਤ੍ਰੇਤੇ ਦੇ ਜੀਵ ਜਗ ਆਦਿਕ ਰੂਪੀ ਕਰਮਾਂ ਰੂਪੀ ਬੀਜ ਬੀਜ ਕੇ ਸਵਰਗਾਂ ਦੀ ਪ੍ਰਾਪਤੀ ਰੂਪ ਜਿਹੜਾ ਹੈ ਵਡਿਆਈ ਇੱਜ਼ਤ ਪੱਤ ਲੈ ਕੇ ਇੱਥੋਂ ਮਾਤ ਲੋਕ ਤੋਂ ਚਲੇ ਗਏ। ਵੀ ਉਹ ਬੀਜ ਪੱਤ ਲੈ ਗਏ। ਫਿਰ ਦੁਆਪਰ ਆਇਆ, ਦੁਆਪਰ ਵਿੱਚ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਅਤੇ ਪੂਜਾ ਕਰਨ ਰੂਪੀ ਜਿਹੜਾ ਬੀਜ ਬੀਜ ਕੇ ਅਤੇ ਮਨੁੱਖਾ ਦੇਹ ਵਿੱਚ ਇੱਜ਼ਤ ਪੱਤ ਲੈ ਕੇ ਚਲੇ ਗਏ। ਅਬ ਕਿਉ ਉਗਵੈ ਦਾਲ। ਉਹ ਤੇ ਸਾਰੇ ਇੱਜ਼ਤ ਪੱਤ ਲੈ ਕੇ ਚਲੇ ਗਏ ਆ ਸਮੇਂ ਨਾਲ। ਪਰ ਹੁਣ ਇਸ ਕਲਯੁਗ ਦੇ ਵਿੱਚ ਜਿਹੜੇ ਇਹ ਕਰਮ ਹੈ ਬੀਜ ਰੂਪ, ਇਹ ਕਿਵੇਂ ਉੱਗਣ, ਇਹ ਕਿਵੇਂ ਹੋ ਸਕਦੇ? ਉਮਰਾਂ ਥੋੜ੍ਹੀਆਂ ਹੈ, ਫਿਰ ਕਰਮ ਕਰਨ ਦੀ ਸਮਰੱਥਾ ਨਹੀਂ ਹੈ, ਸਮੱਗਰੀ ਨਹੀਂ ਹੈ, ਫਿਰ ਉਹ ਇੰਨੀ ਮਾਇਆ ਨਹੀਂ ਹੈ। ਇਹ ਕਿਵੇਂ ਹੁਣ ਜਿਹੜਾ ਇਹ ਬੀਜ ਕਰਮਾਂ ਰੂਪੀ ਬੀਜ ਉੱਗੇ? ਯੋਗ ਨਹੀਂ ਹੋ ਸਕਦਾ, ਜਗ ਨਹੀਂ ਹੋ ਸਕਦਾ, ਪੂਜਾ ਇਹ ਕਰਨੇ ਰਹਿ ਗਏ ਲੋਕ ਕਲਯੁਗ ਦੇ। ਅਤੇ ਦਾਲ ਇਹ ਤਾਂ ਹੁਣ ਇਹ ਦਾਲ ਕਿਵੇਂ ਉੱਗੇ? ਜਿਵੇਂ ਫਾਕੜ ਦਾਲ ਹੁੰਦੀ ਹੈ ਅਤੇ ਉਹ ਜਿਹੜੀ ਫਾਕੜ ਦਾਲ ਹੈ ਅਤੇ ਉਹ ਦਾਲ ਟੁਕੜੇ ਟੁਕੜੇ ਹੋਈ ਹੁੰਦੀ ਹੈ ਅਤੇ ਉਹ ਕਦੀ ਹਰੀ ਨਹੀਂ ਹੁੰਦੀ। ਦਾਲ ਹਰੀ ਹੁੰਦੀ ਹੈ ਜਿਹੜਾ ਸਾਬਤ ਦਾਣਾ ਹੋਵੇ। ਅਤੇ ਹੁਣ ਕਲਯੁਗ ਦੇ ਜੀਵ ਤਾਂ ਸਾਬਤ ਨਹੀਂ ਹੈ, ਭਾਵ ਉਮਰਾਂ ਵੀ ਥੋੜ੍ਹੀਆਂ ਹੈ, ਇਹ ਹਠ ਯੋਗ ਕਰਨ ਜੋਗੇ ਨਹੀਂ, ਤਪ ਕਰਨ ਜੋਗੇ ਹੈ ਨਹੀਂ, ਜਗ ਕਰਨ ਜੋਗੇ ਹੈ ਨਹੀਂ। ਫਿਰ ਇਹ ਜਿਹੜਾ ਕਰਮਾਂ ਰੂਪੀ ਦਾਲ ਦਾ ਟੁਕੜੇ ਟੁਕੜੇ ਹੋਈ ਫਾਕੜ ਰੂਪੀ ਦਾਲ ਦਾ ਬੀਜ ਹੈ, ਉਹ ਕਿਵੇਂ ਉੱਗੇ ਸਿੱਧੋ? ਜੇ ਇੱਕ ਹੋਏ ਤਾਂ ਉਗਵੈ। ਭਾਵ ਕਿ ਇਹ ਜਿਹੜੇ ਕਰਮਾਂ ਰੂਪੀ ਬੀਜ ਹਰੇ ਕਿਵੇਂ ਹੋਣ? ਇਹ ਕਰਮ ਹੈਗੇ ਆ ਅਤੇ ਵਿਧੀ ਨਹੀਂ ਹੈਗੀ, ਵਿਧੀ ਢੰਗ ਤਰੀਕਾ ਦੱਸਣ ਵਾਲਾ ਨਹੀਂ ਕੋਈ ਹੈਗਾ। ਮੰਨ ਲਓ ਵੀ ਕਰਮ ਅਤੇ ਹਠ ਯੋਗ ਹੁਣ ਕੋਈ ਸ਼ੁਰੂ ਕਰ ਲਵੇ ਤਾਂ ਹਠ ਯੋਗ ਕਰੂ ਕਿਹੜੇ ਸਮੇਂ? ਉਮਰ ਤੋਂ ਜੋ ਥੋੜ੍ਹੀ ਹੈ ਅਤੇ ਟਾਈਮ ਵੀ ਬੜਾ ਲੰਘ ਜਾਂਦਾ ਹੈ, ਨਹੀਂ ਕਰ ਸਕਦਾ। ਅਤੇ ਜੋ ਜਗ ਕਰਨ ਲੱਗ ਪਵੇ ਅਤੇ ਇੰਨੀ ਮਾਇਆ ਨਹੀਂ ਹੈ, ਉਹ ਫਿਰ ਕਰਮ ਕਿਵੇਂ ਹੋਵੇਗਾ? ਕਰਮ ਦੇ ਵੀ ਕਰਮ ਹੈ, ਜਗ ਵੀ ਹੋ ਸਕਦਾ ਹੈ ਜੇ ਮਾਇਆ ਹੋਵੇ ਅਤੇ ਹਠ ਯੋਗ ਸ਼ੁਰੂ ਕਰ ਸਕਦਾ। ਉਮਰ ਨਹੀਂ ਹੈਗੀ ਹੈ, ਵਿਧੀ ਨਹੀਂ ਹੈਗੀ, ਨਾ ਵਿਧੀ ਹੈਗੀ ਹੈ ਨਾ ਕਰਮੀ ਹੈ। ਜੇ ਕਰਮ ਹੈਗਾ ਵਿਧੀ ਨਹੀਂ ਹੈਗੀ, ਜੇ ਵਿਧੀ ਹੈਗੀ ਕਰਮ ਨਹੀਂ ਹੈਗਾ। ਇਵੇਂ ਇਹ ਜਿਹੜਾ ਹੈ ਵੀ ਅਬ ਕਿਉਂ ਉਗਵੈ ਦਾਲ, ਫਿਰ ਇਹ ਜਿਹੜੇ ਕਰਮ ਜੀਵ ਜਿਹੜੇ ਦਾਲ ਦੀ ਨਿਆਈ ਕਰਨ ਲੱਗ ਪੈਣ, ਉਹ ਫਾਕੜ ਦਾਲ ਦੇ ਵਾਂਗੂ, ਇਹ ਕਿਵੇਂ ਉੱਗੇ? ਉਹ ਉੱਗ ਨਹੀਂ ਸਕਦੇ। ਉਹ ਦਾਣਾ ਹੀ ਜਦੋਂ ਟੁਕੜੇ ਟੁਕੜੇ ਹੋਇਆ ਉਹ ਸਾਬਤ ਨਹੀਂ ਹੋ ਸਕਦਾ। ਜੇ ਇੱਕ ਹੋਏ ਤਾਂ ਉਗਵੈ। ਜੇ ਇੱਕ ਵੀ ਕਰਮ ਰੂਪੀ ਬੀਜ ਦਾਣਾ ਸਾਬਤ ਹੋਵੇ ਫਿਰ ਤਾਂ ਉਹ ਹੋਏ ਤਾਂ ਉਗਵੈ। ਉਹਨੂੰ ਕਰਮ ਇੱਕ ਹੀ ਕਰਮ ਰੂਪੀ ਦਾਣਾ ਸਾਬਤ ਹੋਵੇ, ਉਹਨੂੰ ਵਿਧੀ ਪੂਰਵਕ ਕੀਤਾ ਜਾਵੇ ਤਾਂ ਤੇ ਜਿਹੜਾ ਹੈ ਇਹ ਕਰਮਾਂ ਰੂਪੀ ਬੀਜ ਦਾ ਦਾਣਾ ਉੱਗ ਸਕਦਾ ਹੈ, ਪੈਦਾ ਹੋ ਸਕਦਾ ਹੈ। ਰੁੱਤੀ ਹੋ ਰਤ ਹੋਏ। ਅਤੇ ਪਰ ਉਹ ਕਰਮਾਂ ਰੂਪੀ ਬੀਜ ਦਾ ਦਾਣੇ ਨੂੰ ਸਾਬਤ ਹਰਿਆਂ ਭਰਿਆਂ ਕਰ ਲਈ
ਉਹ ਰੁੱਤ ਵੀ ਉਹੀ ਹੋਣੀ ਚਾਹੀਦੀ। ਰੁੱਤਾਂ ਵਿੱਚੋਂ ਰੁੱਤ ਵੀ ਉਹੀ ਹੋਵੇ। ਹੁਣ ਜਿਹੜੇ ਸਮੇਂ ਰੁੱਤ ਜਿਹੜੀ ਚੀਜ਼ ਹੋਣ ਦੀ ਉਸੇ ਸਮੇਂ ਹੋਵੇਗੀ। ਜੇ ਆਪਾਂ ਉਲਟੀ ਰੀਤੀ ਤੋਂ ਲਾਵਾਂਗੇ, ਉਲਟੀ ਰੁੱਤ ਤੋਂ ਨਹੀਂ ਹੁੰਦੀ ਹੈ, ਉਹਨੂੰ ਫਲ ਨਹੀਂ ਪੈਂਦਾ ਹੈ। ਅਤੇ ਇਸੇ ਤਰ੍ਹਾਂ ਹੁਣ ਜੇ ਹੱਠ ਯੋਗ ਕਰਨਾ ਜਾਂ ਜਗ ਕਰਨਾ, ਅਤੇ ਉਹਦੇ ਬਾਅਦ ਹੱਠ ਯੋਗ ਕਰਨ ਵਾਸਤੇ ਸਤਿਯੁਗ ਚਾਹੀਦਾ ਹੈ, ਉਮਰ ਚਾਹੀਦੀ ਹੈ। ਅਤੇ ਜੇ ਜਗ ਕਰਨਾ ਤਾਂ ਤ੍ਰੇਤੇ ਦਾ ਸਮਾਂ ਚਾਹੀਦਾ ਹੈ। ਪੂਜਾ ਕਰਨੀ ਹੈ ਲੰਬੀ 1000 ਵਰ੍ਹਾ ਉਮਰ, ਇਸੇ ਤਰ੍ਹਾਂ ਉਮਰ ਚਾਹੀਦੀ ਹੈ ਅਤੇ ਉਹ ਸਮਾਂ ਚਾਹੀਦਾ ਦੁਆਪਰ ਦਾ। ਅਤੇ ਉਹ ਤਾਂ ਹੁਣ ਹੈ ਨਹੀਂ। ਹੁਣ ਹੈ ਕਲਯੁਗ ਦਾ ਸਮਾਂ, ਅਤੇ ਕਲਯੁਗ ਦੇ ਸਮੇਂ ਵਿੱਚ ਤਾਂ ਇਹ ਕੁਝ ਹੋਣਾ ਔਖਾ ਹੈ। ਜਿਹੜੇ ਦਾਲ ਦੀ ਨਹੀਂ ਪਿਛਲੇ ਯੁੱਗਾਂ ਵਿੱਚ ਜਿਹੜੇ ਕਰਮ ਹੈ ਕਰਦੇ ਰਹੇ ਹਨ ਜੀਵ, ਉਹ ਕਰਮ ਜਿਹੜੇ ਹੁਣ ਕਰਨੇ ਔਖੇ ਹੈ। ਹੱਠ ਯੋਗ ਕਰਨਾ ਔਖਾ, ਜਗ ਕਰਨਾ ਔਖਾ ਹੈ, ਤਪ ਕਰਨਾ ਔਖਾ ਹੈ। ਇਸ ਕਰਕੇ ਹੁਣ ਤਾਂ ਉਹ ਰੁੱਤ ਹੈ ਕਲਯੁਗ ਦੇ ਵਿੱਚ ਨਾਮ ਰੂਪੀ ਬੀਜ ਬੀਜਣ ਦੀ। ਅਬ ਕਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ ਮਤ ਭੂਲੋ, ਅਨਰੂਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਮਤਾ ਭਰਮ ਵਿੱਚ ਭੁੱਲੋ ਵੀ ਕੋਈ ਨਾਮ ਤੋਂ ਬਿਨਾਂ ਹੋਰ ਕੋਈ ਸਾਧਨ ਹੈ? ਕੋਈ ਸਾਧਨ ਨਹੀਂ ਹੈ। ਇੱਕ ਨਾਮ ਹੀ ਨਾਮ ਹੈ ਇਸ ਸਮੇਂ ਕਲਯੁਗ ਵਿੱਚ ਬੀਜਣ ਵਾਸਤੇ। ਨਾਨਕ ਪਾਹੈ ਬਾਹਰਾ, ਰੁੱਤੀ ਹੂੰ ਰੁੱਤ ਹੋਵੇ ਵੀ ਇਹ ਜਿਹੋ ਜਿਹੀ ਰੁੱਤ ਹੋਵੇ ਤਾਂ ਉਹ ਬੀਜ ਹੁੰਦਾ ਹੈ। ਇਹ ਕਲਯੁਗ ਦਾ ਸਮਾਂ, ਇਹਦੇ ਵਿੱਚ ਤੇ ਨਾਮ ਰੂਪੀ ਬੀਜ ਹੀ ਬੀਜਣਾ ਚਾਹੀਦਾ ਹੈ। ਨਾਨਕ ਪਾਹੈ ਬਾਹਰਾ। ਗੁਰੂ ਸਾਹਿਬ ਜੀ ਦ੍ਰਿਸ਼ਟਾਂਤ ਰਾਹੀਂ ਕਹਿੰਦੇ ਹੈ ਮਹਾਰਾਜ ਵੀ ਪਾਹੇ ਕਈ ਜਿਹੜਾ ਲਾਗ ਤੋਂ ਬਗੈਰ ਹੈ। ਕੋਰਾ ਰੰਗ ਨਾ ਸੋਏ, ਜਿਹੜਾ ਬਸਤਰ ਲਾਗ ਤੋਂ ਬਗੈਰ ਹੈ ਤੇ ਉਸ ਪਾਉਣ ਵਾਲੇ ਬਸਤਰ ਨੂੰ ਜੇ ਅਸੀਂ ਸੋਭਾ ਵਾਲੇ ਰੰਗ ਨਾਲ ਰੰਗਣਾ ਚਾਹੀਏ ਤਾਂ ਉਹ ਰੰਗਿਆ ਨਹੀਂ ਜਾ ਸਕਦਾ, ਉੱਤੇ ਉਹ ਚੜ੍ਹ ਨਹੀਂ ਸਕਦਾ ਕੋਰੇ ਰੰਗ 'ਤੇ। ਜਿਹੜਾ ਲਾਗ ਤੋਂ ਬਗੈਰ ਜਿਹੜਾ ਹੈ ਕੱਪੜਾ ਪਾਉਣ ਵਾਲਾ ਬਸਤਰ, ਉਹ ਸੋਭਾ ਵਾਲੇ ਰੰਗ ਨਾਲ ਰੰਗਣਾ ਨਹੀਂ ਜਾਇਆ ਜਾ ਸਕਦਾ, ਜਿਹਨੂੰ ਲੱਖ ਵੀ ਚਾੜਨਾ ਚਾਹੀਏ। ਅਤੇ ਇਸੇ ਪ੍ਰਕਾਰ ਹੀ ਪਰਮੇਸ਼ਰ ਦੀ ਜਿਹੜੀ ਭਗਤੀ ਹੈ ਜਾਂ ਭੈ ਰੂਪੀ ਪਾਹ ਤੋਂ ਬਗੈਰ ਜਿਹੜੇ ਕੋਰੇ ਬਸਤਰ ਦੀ ਨਿਆਈ ਕਠੋਰ ਚਿੱਤ ਵਾਲੇ ਜੀਵ ਹੈ ਕਲਯੁਗ ਵਿੱਚ, ਉਹਨਾਂ ਨੂੰ ਭਗਤੀ ਰੂਪ ਸੋਭਾ ਵਾਲਾ ਪੱਕਾ ਮਜੀਠੀ ਰੰਗ ਕਦੀ ਚੜ੍ਹ ਨਹੀਂ ਸਕਦਾ। ਭੈ ਵਿੱਚ ਖੁੰਭ ਚੜਾਈਐ, ਭੈ ਵਿੱਚ ਕਹੀਏ ਜਿਹੜਾ ਹਿਰਦੇ ਵਿੱਚ ਪਰਮੇਸ਼ਰ ਦਾ ਭੈ ਧਾਰਨ ਕਰਨਾ, ਇਹ ਮਨ ਰੂਪੀ ਵਸਤਰ ਉੱਪਰ ਖੁੰਭ ਚੜਾਉਣਾ ਕਰੀ। ਇਹ ਖੁੰਭ ਹੁੰਦੀ ਹੈ ਧੋਬੀ ਦਾ ਉਹ ਬਰਤਨ ਜਿਸ ਵਿੱਚ ਖਾਰ ਨਾਲ ਮਿਲਿਆ ਜਿਹੜਾ ਪਾਣੀ ਆ, ਅਤੇ ਉਹ ਪਾਣੀ ਪਾ ਕੇ ਉੱਪਰ ਬਸਤਰ ਚਿਣਕ ਕੇ ਬੜੀ ਤੇਜ਼ ਭਾਫ਼ ਦਿੱਤੀ ਜਾਂਦੀ, ਇਸ ਕਰਕੇ ਮੈਲ ਜਿਹੜੀ ਹੈ ਉਹ ਅਲੱਗ ਹੋ ਜਾਂਦੀ ਹੈ, ਉਹਨੂੰ ਖੁੰਭ ਕਹੀਦਾ ਹੈ। ਜਿਹੜਾ ਵਾਹਿਗੁਰੂ ਦਾ ਭੈ ਧਾਰਨ ਕਰਨਾ, ਇਹ ਖੁੰਭ ਮਨ ਰੂਪੀ ਵਸਤਰ 'ਤੇ ਚਾੜਨਾ ਕਰੀਏ, ਚੜ੍ਹਾਈਏ। ਸ਼ਰਮ ਪਾਹੋ ਤਨ ਹੋਏ, ਜਿਹੜੇ ਵਿਕਾਰਾਂ ਵੱਲੋਂ ਮਾੜੇ ਕਰਮਾਂ ਵੱਲੋਂ ਸ਼ਰਮ ਕਰਨੀ ਹੈ ਤਨ ਹੋਏ। ਇਹ ਜਿਹੜੀ ਸ਼ਰਮ ਕਰਨੀ ਹੈ ਮਨ ਰੂਪੀ ਕੱਪੜੇ ਉੱਪਰ ਸਾਧ ਸੰਗਤ ਜੀ ਚਾੜਨਾ ਕਰੀਏ। ਸ਼ਰਮ ਪਾਹੋ ਤਨ ਹੋਏ, ਜਿਹੜਾ ਤਨ ਕਹੀਏ ਸੂਖਮ ਸਰੀਰ ਹੈ, ਉਹਦੇ ਉੱਪਰ ਉਹਨੂੰ ਮੰਦ ਕਰਮਾਂ ਵੱਲੋਂ ਰੋਕ ਕੇ ਮਾੜੇ ਕਰਮਾਂ ਵੱਲੋਂ ਰੋਕਣਾ ਕਰੀਏ, ਅਤੇ ਫਿਰ ਉਹ ਪਾਹੋ ਰੂਪੀ ਰੰਗ ਜਿਹੜਾ ਚਾੜੀਏ, ਲੱਜਾ ਰੂਪੀ ਪਾਹੋ ਚਾੜਨਾ ਕਰੀਏ। ਇਸੇ ਤਰ੍ਹਾਂ ਵੀ ਪਾਹੋ ਕਿਹਨੂੰ ਕਹਿੰਦੇ, ਜਿਹੜਾ ਬਸਤਰ ਹੁੰਦਾ ਹੈ ਉਹਨੂੰ ਉੱਤਮ ਰੰਗ ਚੜ੍ਹਾਉਣ ਲਈ ਫਟਕੜੀ ਆਦਿ ਜਿਹੜੀ ਦਿੱਤੀ ਜਾਵੇ ਉਹਨੂੰ ਪਾਣ ਕਹਿੰਦੇ ਆ, ਦਿੱਤੀ ਹੋਈ ਪਾਣ ਨੂੰ ਪਾਣ ਕਹਿੰਦੇ ਆ। ਸ਼ਰਮ ਪਾਹੋ ਤਨ ਹੋਏ, ਵਿਰਾਗ ਰੂਪੀ ਪਾਹੋ ਜਿਹੜੀ ਹੈ ਉਹ ਚਾੜੀ ਜਾਵੇ। ਨਾਨਕ ਭਗਤੀ ਜੇ ਰੱਬਾ, ਗੁਰੂ ਸਾਹਿਬ ਕਹਿੰਦੇ ਹੈ ਜੇਕਰ ਜੀਵ ਭਗਤੀ ਦੇ ਪੱਕੇ ਮਜੀਠੀ ਰੰਗ ਵਿੱਚ ਰੰਗਿਆ ਜਾਏ, ਕੂੜਾ ਸੋਏ ਨਾ ਕੋਏ, ਫਿਰ ਕੂੜੇ
ਝੂਠੀ ਸੋਏ ਕਹੇ ਉਹਨਾਂ ਦੀ ਸੋਭਾ ਨਹੀਂ ਹੁੰਦੀ ਹੈ, ਉਹਨਾਂ ਦੀ ਕੋਈ ਝੂਠੀ ਸੋਭਾ ਨਹੀਂ ਕਰਦਾ ਹੈ। ਇਸੇ ਤਰ੍ਹਾਂ ਨਾਨਕ ਭਗਤੀ ਜੇ ਰਪੈ, ਜਿਹੜੇ ਸਤਿਗੁਰੂ ਰੂਪੀ ਮੱਟੀ ਦੇ ਵਿੱਚ ਨਾਮ ਰੂਪੀ ਜਿਹੜੀ ਸਤ ਸੰਗਤ ਹੈ, ਇਹ ਕੀ ਮੱਟੀ ਹੈ, ਮਟਕੀ ਹੈ, ਇਹ ਬਰਤਨ ਹੈ, ਇਹਦੇ ਵਿੱਚ ਨਾਮ ਰੂਪੀ ਜਲ ਪਾ ਕੇ ਭਗਤੀ ਰੂਪੀ ਰੰਗ ਦੇ ਵਿੱਚ ਜੇ ਮਨ ਰੂਪੀ ਕੱਪੜੇ ਨੂੰ ਸਤਿਗੁਰੂ ਲਲਾਰੀ ਰੰਗਣਾ ਕਰਨ ਤਾਂ ਫਿਰ ਕਹਿੰਦੇ ਇਸ ਜੀਵ ਦੀ ਕੋਈ ਝੂਠੀ ਸੋਭਾ ਨਹੀਂ ਕਰਦਾ ਹੈ। ਭਾਵ ਝੂਠਾ ਬੋਲ ਕੇ ਅਪਜਸ ਵੀ ਨਹੀਂ ਕਰਦਾ, ਨਿਰਾਦਰ ਵੀ ਨਹੀਂ ਕਰਦਾ ਹੈ। ਸ਼ਲੋਕ ਮਹੱਲਾ ਪਹਿਲਾ। ਕਲ ਕਾਤੀ ਰਾਜੇ ਕਸਾਈ। ਵੇਦ ਸਿੱਧਾਂ ਨੇ ਇਹ ਜਿਹੜਾ ਹੈ ਮਹਾਰਾਜ ਜੀ ਅੱਗੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਵੀ ਜਿਹੜਾ ਕਲਯੁੱਗ ਵਿੱਚ ਕੀ ਵਰਤਾਰਾ ਹੈ, ਕੀ ਵਰਤ ਰਿਹਾ, ਅਤੇ ਗੁਰੂ ਸਾਹਿਬ ਫਿਰ ਦੱਸ ਰਹੇ ਹੈ। ਕਲ ਰਕਾਤੀ ਵੀ ਹੇ ਸਿੱਧੋ, ਜਿਹੜੀ ਧਰਤੀ ਸੀ ਉਹਨੇ ਨਿਰੰਕਾਰ ਪਰਮੇਸ਼ਰ ਦੇ ਅੱਗੇ ਬੇਨਤੀ ਕੀਤੀ। ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ, ਸੱਜੇ ਸੁਣਿਆ ਕੰਨ ਦੇ ਦੇਵੇ ਧੀਰਕ ਸਹਿਜ ਸੁਭਾਈ। ਬੇਨਤੀ ਕੀਤੀ ਕਿ ਹੇ ਪਰਮੇਸ਼ਰ, ਕਲਕਾਤੀ ਕਲਯੁੱਗ ਦੇ ਸਮੇਂ ਦੀ ਜਿਹੜੀ ਕਿਰਿਆ ਇਹ ਛੁਰੀ ਵਾਂਗ ਹੈ ਅਤੇ ਰਾਜੇ ਕਸਾਈ, ਇਹਦੇ ਵਿੱਚ ਜਿਹੜੇ ਰਾਜੇ ਰਾਜ ਕਰਨ ਵਾਲੇ, ਹਕੂਮਤ ਕਰਨ ਵਾਲੇ, ਉਹ ਸਾਰੇ ਕਸਾਈ ਹੋ ਗਏ, ਜ਼ਾਲਮ ਹੋ ਗਏ ਹਨ। ਧਰਮ ਪੰਖ ਕਰ ਉਡਰਿਆ। ਜਿਹੜਾ ਧਰਮ ਵਿੱਚ ਰਹਿਣਾ ਸੀ, ਧਰਮ ਦੇ ਪੰਖ ਲਾ ਕੇ ਕਿਤੇ ਉੱਡ ਪੁੱਡੀ ਗਿਆ ਹੈ। ਰਾਜੇ ਲੋਕ ਜਿਹੜੇ ਹੈ ਉਹਨਾਂ ਨੇ ਹਕੂਮਤ ਰੂਪੀ ਛੁਰੀ ਫੜੀ ਹੋਈ ਹੈ ਅਤੇ ਕੁੱਤੇ ਮੂੰਹੀ ਹੋਏ ਪਏ ਆ ਕਲਯੁੱਗ ਦੀ ਕਿਰਿਆ ਦੇ ਵਿੱਚ। ਕਲ ਕਾਤੀ ਵੀ ਕਲਯੁੱਗ ਦੇ ਸਮੇਂ ਦੀ ਜਿਹੜੀ ਕਿਰਿਆ ਉਹ ਕਾਤੀ ਕਹੀਏ ਛੁਰੀ ਵਾਂਗ ਹੈ, ਅਤੇ ਰਾਜੇ ਵਿੱਚ ਕਸਾਈ ਬਣੇ ਹੋਏ ਛੁਰੀ ਚਲਾ ਰਹੇ ਹੈ। ਕੂੜ ਅਮਾਵਸ ਸੱਚ ਚੰਦਰਮਾ। ਤੇ ਹੇ ਪਰਮੇਸ਼ਰ, ਇਹ ਸਿੱਧੋ ਬੇਨਤੀ ਕੀਤੀ ਧਰਤੀ ਨੇ ਵੀ ਹੇ ਪਰਮੇਸ਼ਰ, ਜਿਹੜੀ ਕੂੜ ਹੈ, ਹਰ ਪਾਸੇ ਝੂਠ ਹੀ ਝੂਠ ਪ੍ਰਧਾਨ ਹੋਇਆ ਹੈ। ਝੂਠ ਦੀ ਜਿਹੜੀ ਹੈ ਕਾਲੀ ਬੋਲੀ ਰਾਤ ਚੜ੍ਹੀ ਹੈ, ਮੱਸਿਆ ਲੱਗੀ ਹੋਈ ਹੈ। ਸੱਚ ਚੰਦਰਮਾ, ਜਿਹੜਾ ਸੱਚ ਬੋਲਣ ਰੂਪੀ ਚੰਦਰਮਾ ਹੈ। ਦੀਸੈ ਨਾਹੀ ਕਹਿ ਚੜਿਆ। ਸਾਰੇ ਪਾਸੇ ਝੂਠ ਦਾ ਹਨੇਰਾ ਹੋਇਆ ਹੈ, ਅਤੇ ਜਿਹੜਾ ਸੱਚ ਹੈ ਉਹ ਸੱਚ ਦਾ ਚੰਦਰਮਾ ਇਹ ਕਲਯੁਗ ਜੀਵਾਂ ਦੇ ਹਿਰਦੇ ਰੂਪੀ ਕਾਸ਼ਾਂ ਵਿੱਚ ਜੇ ਦਿਸਦਾ ਹੀ ਨਹੀਂ, ਕਿਤੇ ਚੜਿਆ ਨਹੀਂ ਹੈ। ਬਸ ਕਲਯੁਗ ਰਥ ਅਗਨ ਕਾ ਕੂੜ ਅਗੇ ਰਥਵਾਹੋਂ, ਝੂਠ ਰਥਵਾਹੀ ਹੋਇਆ ਪਿਆ ਹੈ। ਕਲਯੁਗ ਦਾ ਜਿਹੜਾ ਕਲਯੁਗ ਹੈ ਇਹ ਰਥ ਅੱਗ ਦਾ ਬਣਿਆ ਹੋਇਆ ਹੈ। ਹਉ ਭਾਲ ਵਿਕੁੰਨੀ ਹੋਈ। ਫਿਰ ਸਿੱਧੋ ਧਰਤੀ ਨੇ ਪੁਕਾਰ ਕਰਕੇ ਵੀ ਪਰਮੇਸ਼ਰ ਨੂੰ ਕਿਹਾ ਕਿ ਹੇ ਪਰਮੇਸ਼ਰ, ਮੈਂ ਤੇ ਭਾਲ ਕੇ ਸੱਚ ਰੂਪੀ ਚੰਦਰਮਾ ਨੂੰ ਭਾਲ ਕੇ ਵਿਆਕਲ ਹੋ ਗਈ ਹਾਂ। ਅਧੇਰਾ ਰਾਹੋ ਨਾ ਕੋਈ। ਅਗਿਆਨਤਾ ਦੇ ਹਨੇਰੇ ਵਿੱਚ ਭਗਤੀ ਸਹਿਤ ਜਿਹੜਾ ਗਿਆਨ ਹੈ, ਗਿਆਨ ਦਾ ਤੇ ਕੋਈ ਰਾਹ ਨਹੀਂ ਮੈਨੂੰ ਦਿਸਦਾ। ਮੇਰੀ ਬੜੀ ਬੁਰੀ ਹਾਲਤ ਹੋਈ ਪਈ ਹੈ। ਵਿੱਚ ਹਉਮੈ ਕਰ ਦੁਖ ਰੋਈ। ਕਿਉਂਕਿ ਜਿਹੜੇ ਕਲਯੁਗ ਦੇ ਜੀਵ ਹੈ ਇਹ ਹਿਰਦਿਆਂ ਵਿੱਚ ਹਉਮੈ ਕਰਕੇ, ਹਉਮੈ ਦੇ ਸਹਿਤ ਹੋ ਕੇ ਜਿਹੜੇ ਪਾਪ ਰੂਪੀ ਕਰਮ ਕਰਦੇ, ਜਿਸ ਕਰਕੇ ਮੈਂ ਵਿਆਕੁਲ ਹੋਈ ਰੋਈ ਹਾਂ। ਕਹੋ ਨਾਨਕ ਕਿਨ ਬਿਦ ਗਤ ਹੋਈ। ਗੁਰੂ ਨਾਨਕ ਸਾਹਿਬ ਜੀ ਬਚਨ ਕਰਦੇ ਆ ਵੀ ਇਹ ਫਿਰ ਧਰਤੀ, ਇਹ ਸਿੱਧੋਕ ਧਰਤੀ ਕਹਿੰਦੀ ਇਹ ਪਰਮੇਸ਼ਰ, ਮੇਰੀ ਕਿਸ ਤਰ੍ਹਾਂ ਨਾਲ ਕਲਿਆਣ ਹੋਏਗੀ, ਮੇਰੀ ਕਿਸ ਤਰ੍ਹਾਂ ਮੁਕਤੀ ਹੋਵੇਗੀ ਇਹਨਾਂ ਲੋਕਾਂ ਕੋਲੋਂ। ਅਤੇ ਜਦੋਂ ਗੁਰੂ ਸਾਹਿਬ ਜੀ ਨੇ ਇਹ ਦੱਸਿਆ ਸ਼ਬਦ ਦੇ ਰਾਹੀਂ, ਸਿੱਧਾ ਨੇ ਕਿਹਾ ਮਹਾਰਾਜ ਆਪ ਜੀ ਨੇ ਦੱਸਿਆ ਵੀ ਕਲਯੁਗ ਦਾ ਸਮਾਂ ਜਿਹੜਾ ਛੁਰੀ ਬਣਿਆ, ਰਾਜੇ ਕਸਾਈ ਬਣੇ ਹੈ, ਅਤੇ ਧਰਮ ਪੰਖ ਲਾ ਕੇ ਕਿਤੇ ਉੱਡ ਪੁੱਡ ਗਿਆ ਹੈ। ਕੂੜ ਦੀ ਮੱਸਿਆ ਚੜ੍ਹੀ ਹੋਈ, ਝੂਠ ਹੀ ਝੂਠ ਪ੍ਰਧਾਨ ਹੋਇਆ ਹੈ। ਸੱਚ ਦਾ ਚੰਦਰਮਾ ਕਿਤੇ ਦਿਸਿਆ ਚੜ੍ਹ ਨਹੀਂ ਰਿਹਾ, ਅਤੇ ਭਾਲ ਕੇ ਧਰਤੀ ਵਿਆਕਲ ਹੋ ਗਈ ਹੈ। ਅਗਿਆਨ ਦੇ ਹਨੇਰੇ ਵਿੱਚ ਕੋਈ ਰਾਹ ਨਹੀਂ ਦਿਸ ਰਿਹਾ। ਕਲਯੁਗ ਦੇ ਜੀਵ ਹਉਮੈ ਕਰਕੇ ਜਿਹੜੇ ਅਤੇ ਉਹ ਦੁੱਖਾਂ ਵਿੱਚ ਰੋ ਰਹੇ ਹੈ, ਧਰਤੀ ਵੀ ਰੋ ਰਹੀ, ਇਸ ਕਰਕੇ ਕਿਸ ਤਰ੍ਹਾਂ ਕਲਿਆਣ ਹੋਵੇਗੀ। ਅਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਇਹ ਸਿੱਧੋ,
ਜੋ ਤੁਸਾਂ ਨੇ ਕਿਹਾ ਹੈ ਇਸੇ ਤਰ੍ਹਾਂ ਧਰਤੀ ਨੇ ਪੁਕਾਰ ਕੀਤੀ ਹੈ। ਜਦੋਂ ਧਰਤੀ ਨੇ ਪੁਕਾਰ ਕੀਤੀ, ਪਰਮੇਸ਼ਰ ਨੇ ਕਿਹਾ ਵੀ ਹੈ ਧਰਤੀ, ਅਸੀਂ ਹੁਣ 24ਵਾਂ ਅਵਤਾਰ ਵਿਸ਼ਨੂੰ ਦਾ ਭੇਜਾਂਗੇ ਅਤੇ ਉਹ ਤੇਰੇ ਤੋਂ ਪਾਪ ਮਿਟਾਏਗਾ। ਨਿਹਕਲੰਕ ਅਵਤਾਰ ਹੋਏਗਾ ਸਾਡਾ ਭੇਜਿਆ ਹੋਇਆ। ਅਤੇ ਉਸ ਵੇਲੇ ਧਰਤੀ ਕਹਿਣ ਲੱਗੀ, ਹੇ ਪਰਮੇਸ਼ਰ, ਉਹਦੇ ਹਜੇ ਹੋਣਾ ਬੜੇ ਸਮੇਂ ਨੂੰ ਹੈ, ਆਪ ਕਿਰਪਾ ਕਰਕੇ ਮੈਨੂੰ ਸਹਾਰਾ ਦਿਓ, ਆਪ ਮੇਰਾ ਉਧਾਰ ਕਰੋ। ਉਸ ਵੇਲੇ ਜਦੋਂ ਅਰਦਾਸ ਕੀਤੀ ਹੈ, ਫਿਰ ਪਰਮੇਸ਼ਰ ਨੇ ਕਿਹਾ ਵੀ ਹੁਣ ਅਸੀਂ ਆਪ ਜਿਹੜੇ 10 ਰੂਪ ਧਾਰਨ ਕਰਕੇ ਆਵਾਂਗੇ, ਜਿਸ ਕਰਕੇ ਸਿੱਧੋ ਸਾਡਾ ਇਹ ਆਉਣਾ ਹੋਇਆ ਹੈ। ਤਾਂ ਅਸੀਂ ਆਏ ਹਾਂ ਇਸੇ ਤਰ੍ਹਾਂ, ਤਾਂ ਸਾਡਾ ਆਉਣਾ ਹੋਇਆ ਧਰਤੀ ਦੇ ਉੱਪਰ ਪਾਪਾਂ ਦਾ ਭਾਰ ਲਾਉਣ ਵਾਸਤੇ। ਫਿਰ ਗੁਰੂ ਨਾਨਕ ਸਾਹਿਬ ਜੀ, ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਮਾਰੇ ਪ੍ਰਗਟ ਹੋਏ। ਇਸੇ ਤਰ੍ਹਾਂ ਹੀ ਵਿੱਚ ਹਉ ਭਾਲ ਵਿਕੁੰਨੀ ਹੋਈ। ਇਹ ਪੜ੍ਹ ਦਿਓ ਜੀ ਦੁਬਾਰਾ। ਹਉ ਭਾਲ ਵਿਕੁੰਨੀ, ਹਉ ਭਾਲ ਵਿਕੁੰਨੀ ਹੋਈ। ਇਹ ਜਗਿਆਸੂ, ਗਿਆਨ ਦੀ ਪ੍ਰਾਪਤੀ ਵਾਲਾ ਜਿਹੜਾ ਹੈ, ਉਹਦੀ ਅਵਸਥਾ ਦਾ ਕਥਨ ਕਰਦੇ ਹੋਏ ਜਗਿਆਸੂ ਕਹਿਣ ਲੱਗਾ। ਗਿਆਨ ਦੀ ਪ੍ਰਾਪਤੀ ਵਾਲਾ ਜਿਹੜਾ ਜਗਿਆਸੂ ਨਾ, ਮੁਕਤੀ ਦੀ ਇੱਛਾ ਵਾਲਾ, ਉਹਦੀ ਅਵਸਥਾ ਦਾ ਕਥਨ ਕਰਦੇ ਹੋਏ ਸਤਿਗੁਰੂ ਜੀ ਕਹਿਣ ਲੱਗੇ ਵੀ ਜਗਿਆਸੂ ਕੀ ਕਹਿੰਦਾ, ਹਉ ਭਾਲ ਕਿ ਮੈਂ ਸਤਿਗੁਰੂ ਦੇ ਉਪਦੇਸ਼, ਮੈਂ ਆਪਣੇ ਸਰੂਪ ਦੀ ਜਿਹੜੇ ਗੁਰੂ ਦੇ ਉਪਦੇਸ਼ ਦੁਆਰਾ ਭਾਲ ਕਰ ਕਰਕੇ ਖੋਜ ਕੀਤੀ। ਹਉ ਭਾਲ ਮੈਂ ਖੋਜ ਕੀਤੀ, ਜਿਸ ਕਰਕੇ ਜਿਹੜੀ ਹਉ ਕਹੀਏ ਮੇਰੀ ਹੰਗਤਾ ਜਿਹੜੀ ਹੈ, ਵਿਆਕਲ ਹੋਈ ਵਿਆਕਲ ਘਬਰਾ ਕੇ ਨਾਸ ਹੋ ਗਈ ਅਤੇ ਨਸ ਭੱਜ ਗਈ। ਅਧੇਰਾ ਰਾਹੋ ਨਾ ਕੋਈ, ਅਗਿਆਨ ਦੇ ਹਨੇਰੇ ਨੂੰ ਫਿਰ ਕੋਈ ਰਾਹ ਨਾ ਰਹਿ ਗਿਆ, ਕਿਉਂਕਿ ਉਹ ਜਿਹੜੀ ਹਉਮੈ ਸੀ ਉਹ ਗਿਆਨ ਪ੍ਰਾਪਤ ਹੋਣੇ ਕਰਕੇ ਉੱਥੇ ਜਿਹੜੀ ਹੈ ਨਾਸ ਹੋ ਗਈ। ਅਗਿਆਨ ਰੂਪੀ ਹਨੇਰੇ ਨੂੰ ਨਿਕਲਣ ਵਾਸਤੇ ਕੋਈ ਰਾਹ ਨਾ ਰਿਹਾ, ਅਤੇ ਕਿਉਂਕਿ ਜਦੋਂ ਗਿਆਨ ਹੋਇਆ ਉੱਥੇ ਹੀ ਉਹ ਖਤਮ ਹੋ ਗਿਆ ਗਿਆਨ। ਵਿੱਚ ਹਉਮੈ ਕਰ ਦੁਖ ਰੋਈ। ਹਉਮੈ ਜਿਹੜੀ ਹੈ ਉਹ ਵਿੱਚੇ ਹਿਰਦੇ ਵਿੱਚ ਬੜਾ ਦੁੱਖ ਕਰ ਕਰਕੇ ਰੋਈ। ਕੀ ਉਹ ਰੋਈ? ਇਸ ਕਰਕੇ ਰੋਈ ਵੀ ਜੇ ਮੇਰੇ ਤੋਂ ਜਿਹੜਾ ਵੱਡਾ ਮੇਰਾ ਉਸਤਾਦ ਅਗਿਆਨ, ਜਦੋਂ ਉਹਨੂੰ ਹੀ ਮਾਰ ਦਿੱਤਾ ਅਤੇ ਮੈਨੂੰ ਕਿੱਥੋਂ ਛੱਡਣਗੇ ਇਹ। ਕਹੁ ਨਾਨਕ ਕਿਨ ਬਿਦ ਗਤ ਹੋਈ। ਗੁਰੂ ਸਾਹਿਬ ਜੀ ਕਹਿੰਦੇ ਆ ਵੀ ਸਿੱਧੋ, ਇਹ ਜਿਹੜੀ ਗਤ ਕਲਿਆਣ ਹੈ ਗਿਆਨ ਦੇ ਨਾਲ, ਇਹ ਗਿਆਨ ਦੇ ਢੰਗ ਨਾਲ, ਗਿਆਨ ਦੀ ਵਿਧੀ ਨਾਲ ਕਿਸ ਦੀ ਜਿਹੜੀ ਗਤ ਕਹੀਏ ਕਲਿਆਣ ਨਹੀਂ ਹੋਈ, ਗਿਆਨ ਦੇ ਨਾਲ ਸਭ ਦੀ ਜਿਹੜੀ ਕਲਿਆਣ ਹੋਈ ਹੈ। ਸਲੋਕ ਮਹੱਲਾ ਪਹਿਲਾ। ਸਤੀ ਪਾਪ ਕਰ ਸਤ ਕਮਾਹੇ। ਕਲਯੁਗ ਦੇ ਲੱਛਣ ਮਹਾਰਾਜ ਦੱਸ ਰਹੇ ਵੀ ਇਸ ਤਰ੍ਹਾਂ ਹੋਏਗਾ, ਅਤੇ ਇਸ ਤਰ੍ਹਾਂ ਹੋ ਰਿਹਾ ਹੈ ਵੀ ਸਤੀ ਪਾਪ ਕਰ ਸਤ ਕਮਾਹੇ। ਕਲਯੁਗ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਬੜੇ ਸਤੀ ਸਤਵਾਦੀ ਕਹਾਉਂਦੇ, ਸਤ ਪ੍ਰਤੱਗੀ ਕਹਾਉਂਦੇ ਵੀ ਸੱਚ ਬੋਲਣ ਵਾਲੇ ਆ, ਉਹ ਪਾਪ ਕਰਦੇ ਆ, ਪਾਪ ਕਮਾਉਂਦੇ ਆ। ਅੰਦਰ ਬਹਿ ਕੇ ਪਾਪ ਕਮਾਵੇ, ਅੰਦਰ ਬਹਿ ਕੇ ਪਾਪ ਕਮਾਉਂਦੇ ਆ, ਬਾਹਰੋਂ ਦਿਖਾਵੇ ਦੇ ਸੱਚ ਕਮਾਉਂਦੇ, ਦਿਖਾਵੇ ਮਾਤਰ ਹੀ ਸੱਤ ਕਮਾਉਂਦੇ ਆ। ਅਸਲ ਵਿੱਚ ਉਹ ਸਤ ਕਹੀਏ ਨਿਸ਼ਚੇ ਪੂਰਵਕ ਹੋ ਕੇ ਪਾਪ ਕਮਾਉਂਦੇ ਹੈ। ਗੁਰ ਦੀਖਿਆ ਘਰ ਦੇਵਨ ਜਾਹੇ। ਜਾਵੇਂ ਵੀ ਸਤੀ ਪਾਪ ਕਰ ਸਤ ਕਮਾਹੇ। ਜਿਹੜੇ ਸਤਵਾਦੀ ਆਪਣੇ ਆਪ ਨੂੰ ਕਲਯੁਗ 'ਚ ਕਹਾਉਣਗੇ ਉਹ ਪਾਪ ਕਰਨਗੇ, ਦਿਖਾਵੇ ਮਾਤਰ ਹੀ ਸਤ ਕਮਾਉਣਗੇ। ਗੁਰ ਦੀਖਿਆ ਘਰ ਦੇਵਨ ਜਾਹੇ। ਤੇ ਗੁਰੂ ਜਿਹੜੇ ਆਪਣੇ ਆਪ ਨੂੰ ਖਵਾਉਣਗੇ ਕਲਯੁਗ ਵਿੱਚ, ਉਹ ਪਦਾਰਥਾਂ ਦੀ ਭੁੱਖ ਕਰਕੇ, ਮਾਇਆ ਦੀ ਭੁੱਖ ਕਰਕੇ ਆ ਘਰ ਘਰ ਜਾ ਕੇ ਜਿਹੜੀ ਇਹ ਦੀਖਿਆ ਸਿੱਖਿਆ ਦੇਣ ਜਾਇਆ ਕਰਨਗੇ। ਇਸਤਰੀ ਪੁਰਖ ਖਟਿਆ ਭਾਉ। ਇਸਤਰੀ ਤੇ ਜਿਹੜਾ ਪੁਰਖ ਹੈ, ਇਸਤਰੀ ਪੁਰਸ਼ ਦਾ ਭਾਵ ਕਹੀਏ ਪ੍ਰੇਮ ਹੋਇਆ ਕਰੇਗਾ। ਕਿਹਦੇ ਕਰਕੇ? ਖੱਟੀ ਕਰਕੇ। ਜੇ ਉਹਦਾ ਘਰ ਵਾਲਾ ਖੱਟੀ ਚੰਗੀ ਕਰਕੇ ਲਿਆਇਆ ਕਰੇਗਾ ਅਤੇ ਉਹਦੀ ਔਰਤ ਦਾ ਉਹਦੇ ਨਾਲ ਪ੍ਰੇਮ ਹੋਇਆ ਕਰੇਗਾ। ਇਸੇ ਤਰ੍ਹਾਂ ਹੀ ਇਸਤਰੀ ਪੁਰਖ ਹੈ ਖੱਟਿਆ ਭਾਉ।
ਜੇ ਇਸਤਰੀ ਖੱਟੀ ਕਰਕੇ ਲਿਆਏਗੀ, ਭਾਵ ਪੇਕਿਆਂ ਤੋਂ ਆਪਣੇ ਸਕੇ ਸੰਬੰਧੀਆਂ ਤੋਂ ਐਵੇਂ ਸਮਾਨ ਲਿਆਇਆ ਕਰੇਗੀ, ਤੇ ਪੁਰਖ ਦਾ ਆਪਣੀ ਇਸਤਰੀ ਨਾਲ ਪ੍ਰੇਮ ਹੋਇਆ ਕਰੇਗਾ, ਉਹਨੂੰ ਚੰਗਾ ਚਾਹਿਆ ਕਰੇਗਾ। ਭਾਵ ਆਵੋ ਭਾਵ ਜਾਓ। ਜੇ ਤੇ ਇਹ ਕੁਝ ਕਰਿਆ ਕਰਨਗੇ, ਖੱਟੀ ਲਿਆ ਕਰੂਗਾ ਇੱਕ ਦੂਸਰਾ, ਫਿਰ ਤੇ ਪ੍ਰੇਮ ਕਰਿਆ ਕਰਨਗੇ। ਤੇ ਜੇ ਉਹ ਇਸਤਰੀ ਨੇ ਕੱਖ ਨਾ ਲਿਆਂਦਾ ਤੇ ਉਹ ਘਰ ਵਾਲੇ ਵਾਸਤੇ ਇਸਤਰੀ ਕੰਮ ਦੀ ਨਹੀਂ ਰਹਿ ਜਾਏਗੀ। ਇਹ ਉਹ ਆਵੇ ਭਾਵੇਂ ਆਵੋ ਭਾਵੇਂ ਜਾਓ, ਭਾਵੇਂ ਉਹ ਆਵੇ ਘਰ ਵੱਲ, ਭਾਵੇਂ ਉਹ ਕਿਤੇ ਬਾਹਰ ਤੁਰੀ ਫਿਰੇ ਚਲੀ ਜਾਏ, ਕੋਈ ਪ੍ਰੇਮ ਨਹੀਂ ਉਹ ਪਤੀ ਨੂੰ ਹੋਏਗਾ, ਕਹੇਗਾ ਤੁਰੀ ਫਿਰਦੀ ਰਹੇ। ਇਸੇ ਤਰ੍ਹਾਂ ਜਿਹੜੀ ਇਸਤਰੀ ਹੈ ਵੀ ਜੇ ਉਹਦਾ ਘਰ ਵਾਲਾ ਚੰਗੀ ਕਮਾਈ ਕਰਕੇ ਖੱਟ ਕੇ ਲਿਆਵੇਗਾ, ਫਿਰ ਤੇ ਉਹਦੀ ਬਾਤ ਪੁੱਛੇ ਖੁਸ਼ ਹੋਊਗੀ, ਪ੍ਰੇਮ ਹੋਊਗੀ। ਤੇ ਜੇ ਨਾ ਉਹਨੇ ਕੁਝ ਕੀਤਾ, ਫਿਰ ਭਾਵੇਂ ਆਵੋ ਭਾਵੇਂ ਜਾਓ, ਭਾਵੇਂ ਪਤੀ ਪਰਦੇਸ ਚਲਿਆ ਜਾਏ, ਭਾਵੇਂ ਉਹ ਘਰ ਆਵੇ ਨਾ ਆਵੇ, ਉਹਨੂੰ ਕੋਈ ਮਤਲਬ ਨਹੀਂ ਹੋਏਗਾ। ਇਹ ਕਹਿ ਗਏ ਮਖੱਟੂ ਕਿੱਥੋਂ ਮਿਲ ਗਿਆ ਮੈਨੂੰ। ਸਾਸਤ ਵੇਦ ਨਾ ਮਾਨੈ ਕੋਏ। ਜਿਹੜੇ ਬੜੇ ਪੰਡਿਤ ਵਿਦਵਾਨ ਬਣੇ ਫਿਰਦੇ ਐ, 6 ਸ਼ਾਸਤਰਾਂ ਨੂੰ, 4 ਵੇਦਾਂ ਨੂੰ ਕੋਈ ਨਹੀਂ ਮੰਨੇਗਾ, ਕਈ ਜਾਣਗੇ, ਮੰਨੇਗਾ ਕੋਈ ਨਹੀਂ। ਆਪੋ ਆਪੈ ਪੂਜਾ ਹੋਏ। ਸੁਣਾਇਆ ਕਰਨਗੇ ਧਰਮਾਂ ਗ੍ਰੰਥਾਂ ਦੇ ਸਿਧਾਂਤ, ਸ਼ਾਸਤਰਾਂ ਦੇ ਸਿਧਾਂਤ, ਪਰ ਆਪੋ ਆਪੇ ਪੂਜਾ ਹੋਏ। ਆਪੋ ਆਪਣੀ ਪੂਜਾ ਦੇ ਭੁੱਖੇ ਹੋਇਆ ਕਰਨਗੇ, ਆਪਣੀ ਵਡਿਆਈ ਚਾਇਆ ਕਰਨਗੇ। ਕਾਜੀ ਹੋਏ ਕਾ ਬਹਾਨ ਆਏ। ਕਾਜੀ ਲੋਕ ਨਿਆਂਕਾਰੀ ਬਣ ਕੇ ਨਾ ਝੂਠੇ ਜੇ, ਤੇ ਨਿਆਂ ਦੀ ਕੁਰਸੀ ਦੇ ਉੱਪਰ ਬਹਿਆ ਕਰਨਗੇ, ਬੈਠਣਗੇ ਨਿਆਂਕਾਰੀ ਹੋ ਕੇ। ਫੇਰੇ ਤਸਬੀਹ ਕਰੇ ਖੁਦਾਏ। ਤੇ ਜਿਹੜੀ ਤਸਬੀਹ ਕਹੀਏ ਮਾਲਾ ਹੈ, ਉਹ ਮਾਲਾ 101 ਮਣਕਿਆਂ ਦੀ, ਉਹ ਕਾਜੀ ਲੋਕ ਫੇਰਿਆ ਕਰਨ, ਦਿਖਾਵੇ ਮਾਤਰ ਅੱਲਾ ਅੱਲਾ, ਖੁਦਾ ਖੁਦਾ, ਇਵੇਂ ਵਿਖਾਵੇ ਮਾਤਰ ਹੀ ਕਰਿਆ ਕਰਨਗੇ। ਵੱਡੀ ਲੈ ਕੇ ਹੱਕ ਗਵਾਏ। ਤੇ ਨਿਆਂ ਕਰਨ ਵੇਲੇ ਕੀ ਕਰਿਆ ਕਰਨਗੇ ਕਾਜੀ ਲੋਕ? ਵੱਡੀ ਲੈ ਕੇ, ਰਿਸ਼ਵਤ ਲੈ ਕੇ ਹੱਕ ਗਵਾ ਦਿਆ ਕਰਨਗੇ। ਭਾਵ ਜਿਹੜਾ ਸਹੀ ਸੀ ਨਾ, ਸੱਚ, ਉਹਨੂੰ ਗਵਾ ਦਿਆ ਕਰਨਗੇ। ਜਿੰਨੇ ਪੈਸੇ ਦਿੱਤੇ ਹੋੜਿਆ ਕਰਨਗੇ, ਉਲਟਾ ਉਹਦੇ ਵੱਲ ਦੀ ਗੱਲ ਕਰਕੇ ਤੇ ਸਾਰਾ ਹੀ ਹੱਕ ਗਵਾ ਦਿਆ ਕਰਨਗੇ। ਉਹਦੇ ਮੁਕੱਦਮਾ ਉਹਦੇ ਹੱਥ 'ਚ ਕਰ ਦਿਆ ਕਰਨਗੇ ਕਾਜੀ ਲੋਕ, ਸ਼ਰ੍ਹਾ ਮੁਤਾਬਕ ਲਾ ਕੇ। ਇਵੇਂ ਇਹਨਾਂ ਦੀ ਹਾਲਤ ਹੋ ਜਾਏਗੀ। ਵੱਡੀ ਲੈ ਕੇ ਹੱਕ ਗਵਾਏ। ਹੱਕ ਕਹੀਏ ਸੱਚ ਨੂੰ ਤੇ ਗਵਾ ਦਿਆ ਕਰਨਗੇ ਪੈਸੇ ਲੈ ਕੇ। ਜੇ ਕੋ ਪੁੱਛੈ ਤਾ ਪੜ੍ਹ ਸੁਨਾਏ। ਜੇ ਕੋਈ ਪੁੱਛੂਗਾ ਵੀ ਇਹ ਕਾਜੀ ਸਾਹਿਬ, ਮੈਂ ਤਾਂ ਸੱਚਾ ਸੀ ਤੇ ਤੁਸੀਂ ਇਹ ਕਿੱਧਰ ਜਿਹੜਾ ਫੈਸਲਾ ਕਰ ਦਿੱਤਾ, ਤੇ ਉਹ ਸ਼ਰ੍ਹਾ, ਝੂਠੀ ਸ਼ਰ੍ਹਾ ਬਣਾ ਕੇ ਜੇ ਕੋਈ ਪੁੱਛੇ ਤਾਂ ਪੜ੍ਹ ਸੁਣਾਏ, ਲਾਗਤਾਂ ਪੜ੍ਹ ਕੇ ਸੁਣਾ ਦਿਆ ਕਰਨਗੇ। ਇਵੇਂ ਵੀ ਇਵੇਂ ਆ, ਇੱਥੇ ਸ਼ਰ੍ਹਾ ਵਿੱਚ ਇਵੇਂ ਲਿਖਿਆ ਹੋਇਆ ਹੈ, ਉੱਧਰ ਹੀ ਮੁਕੱਦਮਾ ਬਣਦਾ ਸੀ। ਜੇ ਕੋਈ ਪੁੱਛਿਆ ਕਰੇਗਾ ਤੇ ਉਲਟਾ ਉਹ ਜੇ ਸ਼ਰ੍ਹਾ 'ਚ ਨਹੀਂ ਲਿਖਿਆ ਹੋਏਗਾ, ਲਿਖਿਆ ਨਹੀਂ ਹੋਏਗਾ ਕਿਤੇ ਕਿਤਾਬ ਕੁਰਾਨ 'ਚ, ਆਪਣੇ ਕੋਲ ਬਣਾ ਕੇ ਕਹਿ ਦਿਆ ਕਰਨਗੇ। ਜੇ ਉਹ ਤੇਲੀ ਸੀ ਤੇ ਉਹ ਤੇਲੀ ਦੇ ਕੋਲ ਬਲਦ ਬੜਾ ਤਗੜਾ ਸੀ, ਉਹਨੇ ਖਲ ਖਵਾ ਕੇ ਚੰਗਾ ਤਗੜਾ ਹੀ ਕੀਤਾ ਸੀ। ਤੇ ਇੱਧਰ ਜਿਹੜਾ ਇਹ ਕਾਜੀ ਹੈ, ਉਹ ਵੀ ਉੱਥੇ ਕਰਿੰਦਾ ਸੀ। ਉਹਦਾ ਲੜਕਾ, ਇਹਦੇ ਕੋਈ ਬਲਦ, ਪਰ ਬਲਦ ਇਹਦਾ ਕਮਜ਼ੋਰ। ਤੇ ਇੱਕ ਦਿਨ ਦੀ ਗੱਲ ਵੀ ਖੂਹ ਦੇ ਉੱਪਰ ਤੇਲੀ ਬਲਦ ਲੈ ਕੇ ਆਪਣਾ ਆ ਗਿਆ ਪਾਣੀ ਪਿਆਉਣ ਵਾਸਤੇ। ਇੱਧਰੋਂ ਕਾਜੀ ਦਾ ਮੁੰਡਾ ਵੀ ਬਲਦ ਲੈ ਕੇ ਉੱਥੇ ਆ ਗਿਆ। ਇਹ ਬਲਦ ਨੂੰ ਵੇਖ ਕੇ ਭਿੜ ਪਏ ਆਪੋ ਵਿੱਚ ਹੀ। ਜਦੋਂ ਭਿੜ ਪਏ, ਹੁਣ ਤੇਲੀ ਦਾ ਬਲਦ ਤਗੜਾ ਸੀ, ਇਹਨੇ ਜਦੋਂ ਢੁੱਡ ਮਾਰੀ ਤੇ ਕਾਜੀ ਦੇ ਬਲਦ ਦੀ ਲੱਤ ਟੁੱਟ ਗਈ। ਲੱਤ ਟੁੱਟ ਗਈ ਤੇ ਉਹ ਕਾਜੀ ਦਾ ਮੁੰਡਾ ਉੱਥੇ ਰੋਵੇ। ਇਹ ਤੇਲੀ ਬੜਾ ਘਬਰਾਇਆ, ਕਿਉਂਕਿ ਉਦੋਂ ਮੁਸਲਮਾਨਾਂ ਦੇ ਕਿਤੇ ਰਾਜ ਸੀ ਵੀ ਕਾਜੀ ਲੋਕ ਹੀ ਫਤਵੇ ਲਾਉਂਦੇ ਸਨ। ਉਹ ਆ ਗਿਆ ਇੱਥੇ, ਕਹਿੰਦਾ ਵੀ ਕਾਜੀ ਸਾਹਿਬ ਆ ਇੱਕ ਮਸਲਾ ਪੁੱਛਣਾ ਸੀ। ਕਹਿੰਦਾ ਵੀ ਪੁੱਛ। ਅੱਜ ਜੇ ਭਲਾ 2 ਬਲਦ ਭਿੜ ਜਾਣ ਤੇ ਇੱਕ ਬਲਦ ਦੂਜੇ ਦੀ ਲੱਤ ਤੋੜ ਦੇਵੇ ਤੇ ਉਹਦੇ ਮਾਲਕ ਨੂੰ ਭਲਾ ਕੀ ਸਜ਼ਾ ਮਿਲੇਗੀ? ਕਾਨੂੰਨ ਮੁਤਾਬਕ ਕੀ ਮੁਕੱਦਮਾ ਹੋਵੇਗਾ ਉਹਦੇ ਉੱਪਰ? ਕਾਜੀ ਕਹਿੰਦਾ ਵੀ ਮੁਕੱਦਮਾ ਕਾਹਦਾ ਹੋਣਾ,
ਇਹ ਪਸ਼ੂ ਬੇਜ਼ਬਾਨ ਹੁੰਦੇ, ਇਹਨਾਂ ਨੂੰ ਕਿਹੜਾ ਕਿਹਨੇ ਸਿਖਾਇਆ ਹੁੰਦਾ, ਚਲੋ ਲੜ ਪਏ ਤੇ ਲੜ ਪਏ, ਇਹ 'ਚ ਕਿਹੜੀ ਗੱਲ ਹੈ, ਇਹਦੇ ਵਿੱਚ ਨਹੀਂ ਕੋਈ ਗੱਲ ਹੈਗੀ, ਜੋ ਟੁੱਟ ਗਈ ਤੇ ਟੁੱਟ ਗਈ। ਨਾਲੇ ਪਸ਼ੂ ਨੂੰ ਕੋਈ ਸਿਖਾਉਂਦਾ ਥੋੜ੍ਹੀ, ਪਸ਼ੂ ਤਾਂ ਹੁੰਦਾ ਹੀ ਪਸ਼ੂ ਹੈ। ਇਹ ਇਹਨੇ ਗੱਲ ਕਹਿ ਦਿੱਤੀ। ਇੰਝ ਨੂੰ ਇਹਦਾ ਮੁੰਡਾ ਰੋਂਦਾ ਰੋਂਦਾ ਆ ਗਿਆ, ਹੇ ਪਿਤਾ ਜੀ, ਉਹ ਜਿਹੜੇ ਬਲਦ ਦੀ ਲੱਤ ਟੁੱਟੀ ਉਹ ਆਪਣਾ ਹੀ ਹੈ। ਜਦੋਂ ਇੱਦਾਂ ਨੂੰ ਕਿਹਾ, ਇਹ ਤਾਂ ਉਸੇ ਵੇਲੇ ਨੇ ਆਵਾਜ਼ ਮਾਰੀ, ਉਹ ਤੇਲੀ ਕਿੱਧਰ ਜਾਣਾ, ਇੱਧਰ ਆ, ਇੱਧਰ ਆ, ਇੱਧਰ ਆ। ਉਹ ਆ ਕਹਿੰਦਾ, ਹਾਂਜੀ ਦੱਸੋ ਕਾਜੀ ਜੀ। ਕਹਿੰਦਾ ਵੀ ਉਹ ਮੈਂ ਤੈਨੂੰ ਮਸਲਾ ਐਵੇਂ ਬਿਨਾਂ ਕਿਤਾਬ ਦੇਖੇ ਹੀ ਦੱਸ ਦਿੱਤਾ, ਲਾਲ ਕਿਤਾਬ ਨਹੀਂ ਜੇ ਵੇਖੀ, ਉਹ ਵੇਖ ਲੈਂਦੇ ਫਿਰ ਦੱਸਦੇ ਕੀ ਨਿਬੇੜਨਾ। ਮੁੰਡੇ ਨੂੰ ਕਹਿੰਦਾ ਉਹ ਲਿਆਓ ਕਿਤਾਬ, ਲਾਲ ਕਿਤਾਬ। ਉਹ ਲਿਆਂਦੀ, 2-4 ਵਰਕੇ ਜੇ ਇੱਧਰ ਇਹਨੇ ਕੀਤੇ ਆ, ਅਤੇ ਜਦੋਂ ਕੀਤੇ ਤੇ ਫਿਰ ਉਹ ਵਿੱਚ ਤਾਂ ਕੁਝ ਲਿਖਿਆ ਨਹੀਂ ਸੀ, ਆਪਣੇ ਕੋਲੋਂ ਬਣਾ ਕੇ ਕਹਿੰਦਾ ਕਿ ਲਾਲ ਕਿਤਾਬ ਖਾਨਿਓ, ਤੇਲੀ ਬਲਦ ਪੜ੍ਹਾਇਆ ਕਿਉਂ, ਖਲ ਖਵਾਏ ਕੀਆ ਮੁਸਟੰਡ, ਬੈਲ ਕਾ ਬੈਲ 50 ਰੁਪਏ ਦੰਨ। ਕਹਿੰਦਾ ਵੀ ਆ ਲਿਖਿਆ ਹੋਇਆ ਲਾਲ ਕਿਤਾਬ 'ਚ ਤੇਲੀਆ ਕਾ, ਲਾਲ ਕਿਤਾਬ ਖਾਨਿਓ, ਕਿਤਾਬ ਐਵੇਂ ਕਹਿੰਦੀ ਹੈ ਵੀ ਤੇਲੀ ਨੇ ਬਲਦ ਪੜ੍ਹਾਏ ਕਿਉਂ ਹੈ, ਪਹਿਲੀ ਗੱਲ। ਅਤੇ ਐਵੇਂ ਖਲ ਖਵਾ ਕੇ ਤੂੰ ਮੁਸਟੰਡਾ ਕੀਤਾ, ਬਲਦ ਨੂੰ ਵਿਗਾੜਿਆ ਹੋਇਆ। ਚੱਲ ਬੈਲ ਦਾ ਬੈਲ 50 ਰੁਪਏ ਡੰਨ, 50 ਰੁਪਈਏ ਵੀ ਇੱਥੇ ਰੱਖ, ਅਤੇ ਨਾਲੇ ਜਿਹੜੇ ਬੈਲ ਆ ਨਾ ਉਹ ਬੈਲ ਵੀ ਇੱਥੇ ਦੇ ਕੇ ਜਾ। ਇਵੇਂ ਉਹ ਲਿਖਿਆ ਨਹੀਂ ਸੀ ਲਾਲ ਕਿਤਾਬ 'ਚ ਕੁਝ ਵੀ, ਆਪਣੇ ਕੋਲੋਂ ਹੀ ਬਣਾ ਕੇ ਕਹਿ ਦਿੱਤਾ। ਇੱਥੇ ਉਹੀ ਉਹ ਮਹਾਰਾਜ ਕਹਿੰਦੇ ਵੀ ਇਹੋ ਜਿਹੇ ਹੋਣਗੇ ਕਾਜੀ ਲੋਕ, ਵੱਡੀ ਲੈ ਕੇ ਹੱਕ ਗਵਾਏ, ਵੱਡੀਆਂ ਲੈ ਲੈ ਕੇ ਹੱਕ ਸੱਚ ਨੂੰ ਤੇ ਗਵਾ ਦਿਆ ਕਰਨਗੇ, ਫੈਸਲੇ ਆਪਣੇ ਹੱਕ 'ਚ ਜਾਂ ਜਿੰਨੇ ਵੱਡੀ ਦਿੱਤੀ ਉਹਦੇ ਹੱਕ 'ਚ ਕਰ ਦਿਆ ਕਰਨਗੇ। ਜੇ ਕੋਈ ਪੁੱਛੇ ਵੀ ਇਹ ਕੀ ਕੀਤਾ ਤਾਂ ਪੜ੍ਹ ਸੁਣਾਏ, ਲਾਲ ਕਿਤਾਬ ਪੜ੍ਹ ਕੇ ਸੁਣਾ ਦਿਆ ਕਰਨਗੇ ਕੋਲੋਂ ਹੀ ਬਣਾ ਕੇ। ਤੁਰਕ ਮੰਤਰ ਕਨ ਹਿਰਦੈ ਸਮਾਹੇ, ਤੁਰਕਾਂ ਦਾ ਰਾਜ ਹੋਏਗਾ, ਅਤੇ ਤੁਰਕ ਜਿਹੜੇ ਹੈ, ਤੁਰਕਾਂ ਦਾ ਮੰਤਰ ਕੰਨਾਂ ਦੁਆਰਾ ਸੁਣ ਸੁਣ ਕੇ ਹਿੰਦੂਆਂ ਦੇ ਜਿਹੜੇ ਆਗੂ ਹੈ ਉਹ ਵੀ ਉਹਨਾਂ ਦੇ ਹਿਰਦੇ ਵਿੱਚ ਉਹ ਮੰਤਰ ਸਮਾ ਜਾਇਆ ਕਰੇਗਾ। ਭਾਵ ਉਹ ਵੀ ਉਹਨਾਂ ਦੇ ਆਗੂਆਂ ਦੇ, ਹਿੰਦੂਆਂ ਦੇ ਆਗੂਆਂ ਦੇ ਪਹਿਰਾਵੇ, ਲੱਛਣ, ਸੁਭਾਅ ਸਾਰੇ ਮੁਸਲਮਾਨਾਂ ਵਾਲੇ ਹੋ ਜਾਣਗੇ, ਤੁਰਕੀ ਹੋਈ ਬਣ ਜਾਇਆ ਕਰਨਗੇ। ਕਿਉਂਕਿ ਜਦੋਂ ਵੀ ਉਸ ਵੇਲੇ ਸਤਿਗੁਰੂ ਜੀ ਦੇ ਸਮੇਂ ਹਿੰਦੂ ਜੇ ਕੋਈ ਫਾਰਸੀ ਪੜ੍ਹਨ ਲੱਗਦਾ ਅਤੇ ਜਿਹੜਾ ਤੁਰਕ ਪੜ੍ਹਾਉਂਦਾ ਪਹਿਲਾਂ ਉਹਦੇ ਕੰਨ ਵਿੱਚ ਕਲਮਾ ਸੁਣਾਉਂਦਾ ਸੀ, ਜਿਸ ਕਰਕੇ ਸੁਣਨੇ ਕਰਕੇ ਕੰਨ ਵਿੱਚ ਅਤੇ ਉਹਦੇ ਹਿਰਦੇ ਵਿੱਚ ਉਹ ਮੰਤਰ ਸਮਾ ਜਾਂਦਾ ਸੀ। ਫਿਰ ਜਦੋਂ ਮੁਸਲਮਾਨੀ ਹਕੂਮਤ, ਉਹਨਾਂ ਨੇ ਜਿਹੜੀਆਂ ਬੱਚਾ ਜਨਮ ਵੇਲੇ ਦਾਈਆਂ ਹੁੰਦੀਆਂ ਉਹ ਮੁਸਲਮਾਨੀਆਂ ਸਾਰੀ ਨਿਯਤ ਕੀਤੀਆਂ ਸੀ। ਜਦੋਂ ਬੱਚਾ ਪੈਦਾ ਹੋਣਾ ਅਤੇ ਆਪਣੇ ਮੁਸਲਮਾਨੀ ਧਰਮ ਦਾ ਪ੍ਰਭਾਵ ਪਾਉਣ ਵਾਸਤੇ ਉਹਨਾਂ ਨੇ ਉਹ ਕਲਮਾਂ ਹੀ ਪੜ੍ਹਨੀਆਂ, ਜਿਸ ਕਰਕੇ ਬੱਚੇ 'ਤੇ ਅਸਰ ਹੋ ਜਾਣਾ ਅਤੇ ਬੱਚੇ ਤੁਰਕ ਬਣ ਜਾਂਦੇ ਸਨ। ਗੁਰੂ ਮਹਾਰਾਜ ਕਹਿੰਦੇ ਵੀ ਤੁਰਕ ਮੰਤਰ ਕਨ ਹਿਰਦੈ ਸਮਾਹੇ, ਤੁਰਕਾਂ ਦਾ ਜਿਹੜਾ ਮੰਤਰ ਹੈ ਉਹ ਕੰਨਾਂ ਵਿੱਚ ਸੁਣ ਸੁਣ ਕੇ ਹਿੰਦੂ ਆਗੂਆਂ ਦੇ ਹਿਰਦੇ ਵਿੱਚ ਸਮਾ ਜਾਏਗਾ, ਵੀ ਹਿੰਦੂਆਂ ਦੀ ਤਰ੍ਹਾਂ ਹੀ ਬਣ ਜਾਣਗੇ, ਉਹ ਮੁਸਲਮਾਨਾਂ ਦੀ ਤਰ੍ਹਾਂ ਹੀ ਬਣ ਜਾਣਗੇ। ਲੋਕ ਮਹਾਵਹ ਚਾੜੀ ਖਾਹੇ, ਲੋਕ ਜਿਹੜੇ ਹੈ, ਜਿਹੜੇ ਉਹ ਤੁਰਕਾਂ ਦੀ ਨੌਕਰੀਆਂ ਕਰਦੇ ਹੋਣਗੇ, ਫਿਰ ਉਹ ਚੁਗਲੀ ਮਾਰਿਆ ਕਰਨਗੇ, ਚਾੜੀ ਖਾਹੇ, ਚੁਗਲੀਆਂ ਲਾ ਲਾ ਕੇ ਅਤੇ ਦੂਸਰੇ ਨੂੰ ਠਗਾਇਆ ਕਰਨਗੇ, ਲੁਟਵਾਇਆ ਕਰਨਗੇ। ਚੌਕਾ ਦੇ ਕਾ ਸੱਚਾ ਹੋਏ, ਜਿਹੜਾ ਵੀ ਚੌਕਾ ਦੇ ਕੇ ਗੋਬਰ ਦਾ ਕਾਰਾਂ ਕੱਢ ਕੇ ਅਤੇ ਸੁੱਚਾ ਹੋ ਕੇ, ਐਸਾ ਹਿੰਦੂ ਵੇਖੋ ਕੋਏ, ਬੜੀ ਪਵਿੱਤਰਤਾ ਨਾਲ ਸੁੱਚਾ ਹੋ ਕੇ ਚੌਕਾ ਦੇ ਜਿਹੜੇ ਭੋਜਨ ਪ੍ਰਸ਼ਾਦਾ ਛਕਦੇ, ਐਸਾ ਹਿੰਦੂ ਵੇਖੋ ਕੋਈ ਕੋਈ ਵੇਖੋਗੇ, ਭਾਵ ਕੋਈ ਨਹੀਂ ਹੋਵੇਗਾ। ਸਾਰੇ ਜਿਹਦੇ ਜਿਹੜੇ ਲੱਛਣ ਸੁਭਾਅ ਤੁਰਕਾਂ ਵਾਲੇ ਹੋਣਗੇ, ਬਾਹਰੋਂ ਹਿੰਦੂ ਦਿਸਣਗੇ, ਅੰਦਰ ਮਾਸ ਸਭ ਖਾਈ ਜਾਣਗੇ। ਜੋਗੀ ਗ੍ਰਹੀ ਜਟਾ ਬਕੂਤ, ਜੋਗੀ ਲੋਕ ਕਲਯੁਗ ਦੇ ਵਿੱਚ ਗ੍ਰਹਿਸਥੀ ਹੋਣਗੇ, ਦਿਖਾਵੇ ਮਾਤਰੀ ਵੱਡੀਆਂ ਵੱਡੀਆਂ ਜੜਾਵਾਂ ਬੁੜਦੇ ਦੁੱਧ ਲਾ ਲਾ ਕੇ ਕੀਤੀਆਂ ਹੋਣਗੀਆਂ, ਅਤੇ ਸਵਾਹ ਮਿਲੀ ਹੋਗੀ ਭੂਤਨਿਆਂ ਵਾਂਗ। ਆਗਾ ਪਾਛਾ ਰੋਵਹਿ ਪੂਤ, ਉਹ ਜਿਹੜੇ ਜੋਗੀ ਉਹ ਗ੍ਰਹਿਸਥੀ ਹੋਣਗੇ, ਧੀਆਂ ਪੁੱਤ ਜੰਮ ਲੈਣਗੇ,
ਜਿਸ ਕਰਕੇ ਅੱਗੇ ਪਿੱਛੇ ਹੋ ਕੇ ਧੀਆਂ ਪੁੱਤ ਰੋਂਦੇ ਰਹਿਣਗੇ, ਇਹ ਸਵਾ ਮਲ ਕੇ ਬੈਠਾ ਰਹੇਗਾ। ਜੋਗ ਨਾ ਪਾਇਆ ਜਗਤ ਗਵਾਈ, ਵੀ ਜੋਗ ਬਿਨਾ ਪਾਇਆ, ਜੋਗ ਧਾਰਨ ਕਰਕੇ ਜੋਗ ਹੱਠ ਵੀ ਪੂਰਾ ਨਾ ਕੀਤਾ, ਦਿਖਾਵੇ ਮਾਤਰ ਜੋਗ ਧਾਰਨ ਕੀਤਾ, ਤੇ ਜੋਗ ਪਰਮੇਸ਼ਰ 'ਚ ਜੁੜਨਾ ਨਾ ਪਾਇਆ, ਜੋਗੀਆਂ ਦੀ ਜੁਗਤੀ ਵੀ ਗਵਾ ਲਈ। ਕਿਤ ਕਾਰਨ ਸਿਰ ਛਾਈ ਪਾਈ, ਫਿਰ ਉਹ ਰੋਣਗੇ ਵੀ ਕਿਸ ਕਾਰਨ ਸਿਰ ਵਿੱਚ ਸਵਾਹ ਪਾਈ ਹੈ, ਜਾਂ ਮਾਰ ਕਹਿੰਦੇ ਵੀ ਕਿਸ ਕਾਰਨ ਉਹ ਸਿਰ ਵਿੱਚ ਸਵਾਹ ਪਾਈ, ਕਿਸੇ ਕੰਮ ਨਾ ਆਈ, ਜੁਗਤ ਵੀ ਗਵਾਲੀ ਜੋਗੀਆਂ ਵਾਲੀ। ਨਾਨਕ ਕਲ ਕਾ ਇਹੋ ਪ੍ਰਵਾਨ, ਮਹਾਰਾਜ ਕਹਿੰਦੇ ਹੈ ਸਿੱਧੋ ਕਲਯੁਗ ਦਾ ਇਹ ਕਰਮ ਪ੍ਰਵਾਨਿਕ ਹੋ ਰਿਹਾ ਹੈ। ਕਲਯੁਗ ਵਿੱਚ ਜੋ ਉਪਰੋਕਤ ਗੱਲਾਂ ਕਹੀਆਂ ਇਹ ਪ੍ਰਵਾਨਿਕ ਹੋ ਜਾਣਗੀਆਂ। ਕਲਯੁਗ ਵਿੱਚ ਇਹ ਕਲ ਕਾ ਇਹੋ ਪ੍ਰਵਾਨ, ਕਲਯੁਗ ਦੇ ਇਹ ਪ੍ਰਵਾਨ ਕਹੀਏ ਨਿਸ਼ਾਨੀਆਂ ਲੱਛਣ ਹੈ ਜੋ ਦੱਸਿਆ ਹੈ। ਇੱਦਾਂ ਦਾ ਸਮਾਂ ਹੋ ਜਾਏਗਾ ਕਿ ਜੇ ਕੋ ਨਾਉ ਲੈ ਬਦਨਾਵੀ ਕਲ ਕੇ ਲਖਣੇ, ਜਿਹੜੇ ਨਾਮ ਜਪਣਗੇ ਉਹਨਾਂ ਦੀ ਬਦਨਾਮੀ, ਜਿਹੜੇ ਪਖੰਡ ਕਰਨਗੇ ਉਹਨਾਂ ਦੀ ਪੂਜਾ ਹੋਇਆ ਕਰੇਗੀ। ਆਪੇ ਆਖਣ ਆਪੇ ਜਾਣ, ਇਹੋ ਜਿਹੇ ਲੋਕ ਹੋ ਜਾਣਗੇ ਵੀ ਪਿਓ ਕੀ ਕਰਿਆ ਕਰਨਗੇ, ਆਪੇ ਆਖਣ, ਆਪੇ ਪ੍ਰਸ਼ਨ ਕਰਦਿਆ ਕਰਨਗੇ ਵੀ ਇਹਦਾ ਮਤਲਬ ਦੱਸ ਹਾਂ ਤੂੰ, ਇਹਦਾ ਮਤਲਬ ਦੱਸ ਹਾਂ ਤੂੰ। ਤੇ ਜਦੋਂ ਦੱਸ ਦਿਆ ਕਰੇਗਾ ਫਿਰ ਕਹਿਣਗੇ ਆਪੇ ਜਾਣ, ਉਹ ਮੈਂ ਤੇ ਜਾਣਦਾ, ਤੈਨੂੰ ਉੱਤੇ ਪੁੱਛਿਆ ਸੀ ਤੂੰ ਕਿੱਥੋਂ ਬੋਲਦਾ। ਇੱਦਾਂ ਹੀ ਹੁਣ ਲੋਕ ਕਰਦੇ ਵੀ ਹੈ, ਆਪੇ ਆਖਣ ਆਪੇ ਜਾਣ। ਕਈ ਕਹਿੰਦੇ ਆ ਜੀ ਮੈਨੂੰ ਸਾਰਾ ਹੀ ਪਤਾ, ਥੋੜ੍ਹਾ ਜਿਹਾ ਦੱਸ ਦਿਓ। ਸਾਰੇ ਦਾ ਅਰਥ ਹੁੰਦਾ ਵੀ ਸਾਰਾ ਹੀ ਪਤਾ, ਥੋੜ੍ਹਾ ਫਿਰ ਕੀ ਦੱਸ ਦਿਓ। ਅਤੇ ਉਹ ਅਸਲ ਵਿੱਚ ਚਤਰਾਈ ਆਪਣੇ ਆਪ ਨੂੰ ਵੀ ਜਨਾਉਣਾ। ਆਪੇ ਆਖਣ ਆਪੇ ਜਾਣ, ਵੀ ਆਪੇ ਹੀ ਉਹ ਦੂਜੇ ਦੀ ਸੋਭਾ ਘਟਾਉਣ ਵਾਸਤੇ ਨਾ ਪ੍ਰਸ਼ਨ ਆਖਦਿਆ ਕਰਨਗੇ ਜਿਹਦਾ ਆਪਣੇ ਆਪ ਨੂੰ ਪਤਾ ਹੋਊਗਾ। ਅਤੇ ਜਦੋਂ ਉਹ ਦੱਸਿਆ ਨਹੀਂ ਕਿਸੇ ਕੋਲ ਮੰਨ ਲਓ ਜਾਏਗਾ ਅਤੇ ਕਹਿਣਗੇ ਲੈ ਤੈਨੂੰ ਪਤਾ ਹੀ ਕੱਖ ਨਹੀਂ ਹੈ। ਇਹ ਨਹੀਂ ਕਹਿਣਾ ਵੀ ਇਹ ਚੱਲ ਵੀ ਤੈਨੂੰ ਨਹੀਂ ਪਤਾ ਇਹਦਾ ਅਰਥ ਆ ਹੈ, ਐਵੇਂ ਨਹੀਂ ਕਹਿਣਗੇ। ਉਹ ਤੈਨੂੰ ਤਾਂ ਪਤਾ ਹੀ ਕੱਖ ਨਹੀਂ ਹੈ, ਆਪੇ ਜਾਣ, ਮੈਂ ਤਾਂ ਆਪੇ ਜਾਣਦਾ ਸੀ ਇਹਨੂੰ। ਇਹੋ ਜਿਹੇ ਲੋਕ ਹੋ ਜਾਣਗੇ ਆਪਣੀ ਵਡਿਆਈ ਕਰਨ ਵਾਸਤੇ, ਦੂਜੇ ਦੀ ਸੋਭਾ ਘਟਾਉਣ ਵਾਸਤੇ ਪ੍ਰਸ਼ਨ ਆਪੇ ਆਖ ਦਿਆ ਕਰਨਗੇ। ਫਿਰ ਜਦੋਂ ਦੱਸ ਦਿਆ ਕਰੇਗਾ ਅਗਲਾ ਫਿਰ ਕਿਆ ਕਰਨਗੇ, ਮੈਂ ਆਪੇ ਜਾਣਦਾ ਸਾਂ, ਤੈਨੂੰ ਤਾਂ ਵੈਸੇ ਹੀ ਪੁੱਛਿਆ ਸੀ ਤੂੰ ਕਿੱਥੋਂ ਬੋਲਦਾ ਹੈ। ਚੌਪਈ ਪੌਨਾ ਗੁਰ ਸਿੱਧ ਗੋਸ਼ਟ ਕਰੀ, ਫਿਰ ਗੁਰੂ ਜੀ ਨਾਲ ਸਿੱਧ ਗੋਸ਼ਟ ਕੀਤੀ ਹੈ। ਇਹ ਇਸੇ ਮੇਰ ਪਰਬਤ 'ਤੇ ਸਿੱਧ ਗੋਸ਼ਟ ਦੀ ਥਾਨਕਾ ਹੈ, ਅਤੇ ਅਚਲ ਬਟਾਲੇ ਸਤਿਗੁਰੂ ਜੀ ਨਾਲ ਸਿੱਧ ਗੋਸ਼ਟ ਹੋਈ ਹੈ। ਇਹ ਭਾਈ ਮਣੀ ਸਿੰਘ ਜੀ ਨੇ ਪੁਰਾਤਨ ਜਨਮ ਸਾਖੀ ਵਿੱਚ ਲਿਖਿਆ ਹੋਇਆ ਹੈ। ਸਿੱਧਨ ਕੀ ਦੁਬਿਧਾ ਸਭ ਹਰੀ, ਜਦੋਂ ਸਿੱਧ ਗੋਸ਼ਟ ਬਾਣੀ ਦੀ ਚਰਚਾ ਕੀਤੀ ਹੈ ਗੁਰੂ ਸਾਹਿਬ ਜੀ ਨੇ, ਤੇ ਫਿਰ ਐਸੇ ਉਹਦੇ ਵਿੱਚ ਡੂੰਘੇ ਅਰਥ ਦੱਸੇ ਹੈ। ਸਾਰੇ ਸਿੱਧਾਂ ਦੀ ਦੁਬਿਧਾ ਨਾਸ ਕਰ ਦਿੱਤੀ ਹੈ, ਦੁਚਿੱਤਾਪਨ ਦੂਰ ਕਰ ਦਿੱਤਾ ਹੈ। ਪਦ ਪੰਕਜ ਪਰ ਬੰਦਨ ਕਰਹਿ, ਸਾਰੇ ਸਿੱਧ ਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਪਰ ਮੱਥੇ ਟੇਕਣ ਕਰਨ ਲੱਗੇ। ਉਸਤਤ ਉਚਰਾ ਹਰਖ ਵਰ ਧਰਹਿ, ਮੱਥੇ ਟੇਕਣਾ ਕਰਦੇ ਹੈ ਤੇ ਹਿਰਦੇ ਵਿੱਚ ਬੜੀ ਪ੍ਰਸੰਨਤਾ ਖੁਸ਼ੀ ਧਾਰ ਕੇ, ਤੇ ਜਿਹੜੇ ਸਿੱਧ ਲੋਕ ਹੈ ਉਹ ਮਹਾਰਾਜ ਦੀ ਉਸਤਤ ਉਚਾਰਨ ਲੱਗੇ। ਲਖਿਓ ਕਲੀ ਮਹਿ ਭਾ ਅਵਤਾਰਾ, ਜਾਣ ਲਿਆ ਵੀ ਕਲਯੁਗ ਦੇ ਸਮੇਂ ਵਿੱਚ ਜੋ ਅਵਤਾਰ ਹੋਇਆ ਹੈ, ਧਰਨ ਕੀਨਾ ਤਨ ਸ੍ਰੀ ਕਰਤਾਰਾ, ਇਹ ਸੋਭਾ ਵਾਲੇ ਸ਼੍ਰੋਮਣੀ ਕਰਤਾਰ ਪਰਮੇਸ਼ਰ ਨੇ ਇਸ ਧਰਤੀ ਉੱਪਰ ਗੁਰੂ ਨਾਨਕ ਸਾਹਿਬ ਸਰੀਰ ਧਾਰਨ ਕੀਤਾ। ਕਲਯੁਗ ਦੇ ਸਮੇਂ ਵਿੱਚ ਨਾਮ ਜਪਾਏ ਪਮਾਨ ਉਧਾਰਾ, ਇਹ ਵੀ ਨਾਮ ਜਪਾਉਣਗੇ ਹੋਰ ਤੇ ਪਮਾਨ ਕਲਯੁਗ ਦੇ ਮਨੁੱਖਾਂ ਦਾ ਉਧਾਰ ਕਰਨਗੇ। ਜਹਾਂ ਤਹਾਂ ਕੀਰਤ ਧਰਮ ਬਿਥਾਰਾ, ਜਿੱਥੇ ਕਿੱਥੇ ਵਾਹਿਗੁਰੂ ਦੀ ਕੀਰਤੀ ਸਿਫਤ ਸਲਾਹ ਤੇ ਅਕਾਲੀ ਧਰਮ ਦਾ ਫੈਲਾਓ ਵਿਸਥਾਰ ਕਰਨਗੇ। ਹੋਤ ਸਮਾਨ ਨਾ ਜਾਂ ਕੇ ਕੋ, ਜਾਵੇਂ ਵੀ ਉਸਤਤ ਕਰ ਰਹੇ ਹੈ ਮਹਾਰਾਜ ਦੀ ਸਾਰੀ ਉਸਤਤ ਉਚਰ ਹਰਖ ਔਰ ਧਰ ਹੀ, ਫਿਰ ਇਹਦੇ ਵਿੱਚ ਬੜੀ ਪ੍ਰਸੰਨਤਾ ਧਾਰ ਕੇ ਉਸਤਤ ਕਰ ਰਹੇ ਹੈ ਕਿ ਮਹਾਰਾਜ ਅਸਾਂ ਨੇ ਜਾਣ ਲਿਆ ਵੀ ਕਲਯੁਗ ਵਿੱਚ ਤੁਹਾਡਾ ਅਵਤਾਰ ਹੋਇਆ ਹੈ। ਜੋ ਸ਼੍ਰੋਮਣੀ ਕਰਤਾਰ ਪਰਮੇਸ਼ਰ ਹੈ ਉਸ ਨੇ ਹੀ ਗੁਰੂ ਨਾਨਕ ਸਾਹਿਬ ਰੂਪ ਹੋ ਕੇ ਧਰਤੀ 'ਤੇ ਸਰੀਰ ਧਾਰਨ ਕੀਤਾ ਹੈ।
ਆਪ ਜੀ ਨਾਮ ਜਪਾ ਰਹੇ ਹੋ, ਪੁਰਸ਼ਾਂ ਨੂੰ ਉਤਾਰ ਰਹੇ ਹੋ, ਜਿੱਥੇ ਕਿੱਥੇ ਵੀ ਕੀਰਤੀ ਵਾਹਿਗੁਰੂ ਦੀ ਤੇ ਧਰਮ ਨੂੰ ਫੈਲਾ ਰਹੇ ਹੋ ਜੀ। ਹੋਤ ਸਮਾਨ ਨਾ ਜਾਂ ਕੇ ਕੋ, ਆਪ ਜੀ ਦੇ ਸਮਾਨ ਕੋਈ ਹੋ ਨਹੀਂ ਸਕਦਾ। ਗਤ ਦਾਇਕ ਸਰਦਾ ਧਰ ਜੋ ਵੀ ਸ਼ਰਧਾ ਧਾਰੇਗਾ ਆਪ ਜੀ ਦੇ ਉੱਪਰ, ਉਹਨੂੰ ਮੁਕਤੀ ਦੇਣ ਵਾਲੇ ਹੋ ਗਏ ਆਪ ਜੀ। ਬਿਨ ਪ੍ਰਭ ਹਮੈ ਨਾ ਜੀਤ ਸਕਾਈ, ਐਵੇਂ ਨਾ ਜਾਣ ਲਿਆ ਵੀ ਬਿਨਾਂ ਪਰਮੇਸ਼ਰ ਤੋਂ ਬਿਨਾਂ ਸਾਨੂੰ ਤੇ ਕੋਈ ਜਿੱਤ ਨਹੀਂ ਸੀ ਸਕਦਾ ਸਿੱਧਾਂ ਨਾਥਾਂ ਨੂੰ। ਜਾਂ ਤੇ ਸਤ ਜਾਣਿਓ ਜਗ ਰਾਈ, ਇਸ ਵਾਸਤੇ ਇਹਨਾਂ ਨੇ ਗੁਰੂ ਸਾਹਿਬ ਜੀ ਨੂੰ ਸਤ ਚੇਤਨ ਅਨੰਦ ਸਰੂਪ ਜਾਣਿਆ ਵੀ ਗੁਰੂ ਨਾਨਕ ਸਾਹਿਬ ਸੰਸਾਰ ਦੇ ਰਾਜਾ ਰੂਪ ਹਨ। ਦੋਹਰਾ ਇਸ ਬਿਦ ਧਰੀ ਪ੍ਰਤੀਤ, ਇਸ ਤਰ੍ਹਾਂ ਇਹਨਾਂ ਆਪਣੇ ਹਿਰਦੇ ਵਿੱਚ ਬੜੀ ਪ੍ਰਤੀਤੀ ਧਰੀ ਹੈ। ਔਰ ਕਰ ਇਸ ਬਿਦ ਧਰੀ ਪ੍ਰਤੀਤ, ਇਹ ਹਿਰਦੇ ਵਿੱਚ ਨਾ ਬੜੀ ਪ੍ਰਤੀਤੀ ਭਰੋਸਾ ਰੱਖਿਆ। ਕਰ ਬੰਧਨ ਜਗ ਤੇ ਜਗਤ ਦੇ ਈਸ਼ਰ ਗੁਰੂ ਨਾਨਕ ਸਾਹਿਬ ਜੀ ਨੂੰ ਮੱਥਾ ਟੇਕ ਕਰਕੇ ਵਿਦਾ ਸਿੱਧ ਹੋਏ ਸਰਬ, ਸਾਰੇ ਸਿੱਧੀ ਫਿਰ ਅਚਲ ਵਟਾਲੇ ਤੋਂ ਵਿਦਾ ਹੋਏ। ਕਹ ਆਦੇਸ਼ ਆਦੇਸ਼, ਮਹਾਰਾਜ ਜੀ ਨੂੰ ਆਦੇਸ਼ ਕਹਿ ਕੇ ਗੁਰੂ ਨਾਨਕ ਸਾਹਿਬ ਜੀ ਆਪ ਜੀ ਨੂੰ ਨਮਸਕਾਰ ਹੋਏ, ਆਪ ਜੀ ਨੂੰ ਨਮਸਕਾਰ ਹੋਏ। ਚੌਪਈ ਸਭ ਚਰਚਾ ਜੇ ਵਰਣਨ ਕਰਹਾਂ, ਭਾਈ ਸੰਤੋਖ ਸਿੰਘ ਜੀ ਕਹਿੰਦੇ ਆ ਵੀ ਗੁਰੂ ਕੀ ਸਾਧ ਸੰਗਤ ਜੀ, ਇਹ ਸਰੋਤਾ ਜਨੋ, ਜਿਹੜੀ ਸਿੱਧਾਂ ਨਾਲ ਗੁਰੂ ਸਾਹਿਬ ਜੀ ਦੀ ਸਿੱਧ ਗੋਸ਼ਟ ਵਿੱਚ ਚਰਚਾ ਹੋਈ ਹੈ, ਜਿਹੜੀ ਅਚਲ ਬਟਾਲੇ ਹੋਰ ਵੀ ਚਰਚਾ ਹੋਈ ਹੈ, ਜੇ ਮੈਂ ਉਹ ਸਾਰੀ ਇੱਥੇ ਕਥਨ ਕਰਕੇ ਕਹਾਂ। ਗ੍ਰੰਥ ਬੜਨ ਤੇ ਔਰ ਮਹਿ ਡਰਹਾਂ, ਜੇ ਸਭ ਚਰਚਾ ਜੇ ਮੈਂ ਸਾਰੀ ਚਰਚਾ ਜੇ ਵਰਣਨ ਕਰਾਂ ਤਾਂ ਕਹਿ ਨਹੀਂ ਸਕਦਾ, ਕਿਉਂਕਿ ਗ੍ਰੰਥ ਵਧਣ ਤੋਂ ਮੈਂ ਹਿਰਦੇ ਵਿੱਚ ਡਰਦਾ ਹਾਂ। ਬਹੁਰ ਨਾ ਪਾਰ ਸੋ ਪਾਇਓ ਜਾਈ, ਫਿਰ ਜਿਹੜਾ ਬਹੁਰ ਨਾ ਪਾਰ, ਫਿਰ ਜਿਹੜਾ ਉਹ ਇੰਨੀ ਚਰਚਾ ਹੋਈ ਦਾ ਪਾਰਾਵਾਰ ਪਾਇਆ ਹੀ ਨਹੀਂ ਜਾ ਸਕਦਾ। ਸ੍ਰੀ ਗੁਰ ਜੇਤਿਕ ਚਰਚਾ ਗਾਈ, ਜਿੰਨੀ ਇੱਕ ਗੁਰੂ ਸਾਹਿਬ ਨੇ ਚਰਚਾ ਗਿਆਨ ਚਰਚਾ ਸਿੱਧਾਂ ਨਾਲ ਗਾਈ ਹੈ, ਕਹਿੰਦੇ ਜੇ ਮੈਂ ਉਹ ਚਰਚਾ ਵਰਣਨ ਕਰਨ ਲੱਗ ਜਾਵਾਂ ਤੇ ਉਹਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਗ੍ਰੰਥ ਹੀ ਵੱਧ ਜਾਏਗਾ, ਜਿਸ ਕਰਕੇ ਹਿਰਦੇ ਵਿੱਚ ਮੈਂ ਡਰਦਾ ਹਾਂ। ਮੇਲਾ ਬਿਸ਼ਰਨ ਲੱਗਿਓ ਬਹਾਰੀ, ਐਵੇਂ ਅਚਲ ਬਚਾ ਟਾਲੇ ਦਾ ਮੇਲਾ ਫਿਰ ਵਿਛੜਨ ਲੱਗਾ। ਗਮਨੇ ਮਾਨਵ ਨਿਜ ਨਿਜ ਢੋਰੀ, ਜਿਹੜੇ ਮਨੁੱਖ ਮੇਲੇ ਵਿੱਚ ਦਰਸ਼ਨ ਮੇਲੇ ਕਰਨ ਵਾਸਤੇ ਆਏ ਸਨ, ਉਹ ਆਪੋ ਆਪਣੇ ਘਰਾਂ ਵਾਲੀ ਥਾਂ ਤੇ ਚਲੇ ਗਏ। ਬਾਡੀ ਬਾਲਕ ਪਾਗਲ ਬਟਾਇਓ, ਐਵੇਂ ਜੋ ਤਰਖਾਣ ਸੀ ਤੇ ਉਹਦਾ ਪੁੱਤਰ ਬੱਚਾ ਏ ਸੰਗਤੀਆ, ਭਾਈ ਸੰਗਤੀਆ ਛੋਟਾ ਸਨ, ਬੜਾ ਸੰਤ ਸੀ, ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਲੱਗਿਆ। ਆਰਣ ਸੁਤ ਕਰ ਪ੍ਰਭ ਸਿਰ ਲਾਇਓ, ਬਾਡੀ ਬਾਲਕ ਐਵੇਂ ਵੀ ਅਰਥ ਵੀ ਤਰਖਾਣ ਦਾ ਜੋ ਬੱਚਾ ਹੈ ਸੰਗਤੀਆ, ਗੁਰੂ ਸਾਹਿਬ ਚਰਨਾਂ ਨਾਲ ਲੱਗਿਆ ਤੇ ਗੁਰੂ ਸਾਹਿਬ ਜੀ ਨੇ ਇਹਦੇ ਸੀਸ ਉੱਪਰ ਆਪਣਾ ਕਮਲ ਹਸਤ ਲਾਇਆ ਹੈ। ਮਿਲ ਜੋ ਤੁਮ ਗਤ ਪਾਵਹਿ ਕਹਿ ਮੁਖ, ਗੁਰੂ ਮਹਾਰਾਜ ਕਹਿੰਦੇ ਕਹਿ ਮੁਖ, ਮੁਖੋਂ ਕਹਿਣ ਲੱਗੇ ਮਹਾਰਾਜ ਕਹਿੰਦੇ ਇਹ ਵੀ ਸੰਗਤੀਆ ਬੱਚੀ, ਜਿਹੜਾ ਤੈਨੂੰ ਮਿਲੇਗਾ ਉਹ ਕਲਿਆਣ ਪਾ ਲਵੇਗਾ। ਇਸੇ ਤਰ੍ਹਾਂ ਕਹਿ ਮੁਖ ਵੀ ਜਿਹੜਾ ਤੈਨੂੰ ਮਿਲੇਗਾ ਤੇ ਤੂੰ ਮੁਖੋਂ ਕਹਿ ਦੇਵੇਂਗਾ ਉਹ ਮੁਕਤੀ ਪਾਵੇਗਾ, ਮੁਕਤ ਹੋ ਜਾਏਗਾ। ਸਤ ਨਾਮ ਤੁਮ ਕਹੋ ਸਭ ਮੈਂ ਲਖ, ਸਾਰਿਆਂ ਵਿੱਚ ਇੱਕ ਵਾਹਿਗੁਰੂ ਨੂੰ ਵਿਆਪਕ ਜਾਣ ਕੇ ਇਹ ਸੰਗਤੀਆ ਬੱਚੇ ਤੂੰ ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ ਹਮੇਸ਼ਾ ਹੀ ਕਹੋ। ਦੋਹਰਾ ਬਸਹ ਤਾਤ ਨਿਜ ਤਾਤਨੀ, ਹੁਣ ਤੁਸੀਂ ਜਾ ਕੇ ਆਪਣੇ ਪਿਤਾ ਦੇ ਮਾਤਾ ਜੀ ਕੋਲ ਵਸੋ ਰਹੋ। ਪਾਸ ਜਾਏ ਤੁਮ ਤਾਤ, ਹੇ ਪੁੱਤਰ ਹੇ ਬੱਚੇ ਸੰਗਤੀਆ ਤੂੰ ਆਪਣੇ ਮਾਂ ਤੇ ਪਿਓ ਕੋਲ ਜਾ ਕੇ ਹੁਣ ਰਹਿ ਵਸ। ਬਹੁ ਨਰਕ ਭਵ ਤਾਰਹੁ, ਤੂੰ ਬਹੁਤੇ ਪੁਰਸ਼ਾਂ ਨੂੰ ਸੰਸਾਰ ਸਮੁੰਦਰ ਤੋਂ ਤਾਰੇਗਾ। ਪੁਨ ਗਤ ਹੋਇ ਬਖਿਆਤ, ਅੰਤ ਅਖੀਰ ਨੂੰ ਸਰੀਰ ਛੱਡਣ ਤੋਂ ਬਾਅਦ ਪ੍ਰਗਟ ਤੇਰੀ ਵੀ ਜਿਹੜੀ ਕਲਿਆਣ ਹੋ ਜਾਏਗੀ, ਤੇਰੀ ਵੀ ਜਿਹੜੀ ਹੈ ਸੰਸਾਰ ਤੋਂ ਮੁਕਤੀ ਹੋ ਜਾਏਗੀ।
ਇਸ ਤਰ੍ਹਾਂ ਕਿ ਹੁਣ ਤੂੰ ਆਪਣੇ ਮਾਤਾ ਪਿਤਾ ਨਾਲ ਹੀ ਚਲਿਆ ਜਾ। ਇਵੇਂ ਸਤਿਗੁਰੂ ਜੀ ਮਹਾਰਾਜ ਜੀ ਨੇ ਇਸ ਉੱਪਰ ਕਿਰਪਾ ਕੀਤੀ ਤੇ ਚੱਲ ਪਿਆ। ਚੌਪਈ ਮਾਨ ਬਚਨ ਸਿਰ ਜਗਤੇਸ਼ਵਰ ਕੋ। ਜਦੋਂ ਗੁਰੂ ਸਾਹਿਬ ਜੀ ਨੇ ਮੈਂ ਕਿਹਾ ਏ ਤੇ ਸਿਪਾਹੀ ਸੰਗਤੀਆ ਬਾਲਕ ਸੰਤ ਸੰਗਤੀਆ ਗੁਰੂ ਸਾਹਿਬ ਜੀ ਦਾ ਬਚਨ ਮੰਨ ਕੇ ਗਦ ਗਦ ਹੋਇਆ ਤੁਰ ਪਾ ਨਿਜ ਘਰ ਕੋ। ਜਗਤ ਦੇ ਇਹ ਗਦ ਗਦ ਹੋਇਆ। ਇਹ ਜਦੋਂ ਗੁਰੂ ਜੀ ਨੇ ਕਿਹਾ ਵਿਛੜ ਨੂੰ ਜੀ ਨਹੀਂ ਕਰਦਾ ਹੈ, ਜਾਣ ਨੂੰ ਜੀ ਨਹੀਂ ਕਰਦਾ, ਗਲਾ ਗਦ ਗਦ ਹੋ ਗਿਆ, ਕੰਠ ਰੁਕ ਗਿਆ ਹੈ, ਬੜਾ ਅੱਖਾਂ ਦੀਆਂ ਭਰ ਕੇ ਕੰਠ ਭਰ ਕੇ ਆਪਣੇ ਘਰ ਨੂੰ ਇਹ ਤੁਰ ਪਿਆ ਸਤਿਗੁਰੂ ਜੀ ਦਾ ਬਚਨ ਮੰਨ ਕੇ। ਕੇਤਕ ਸੇਵਕ ਸੰਗ ਸਿਧਾਰੇ। ਇੱਧਰ ਕੁਝ ਕੁ ਜਿਹੜੇ ਸਿੱਖ ਸੇਵਕ ਹੈ ਸਤਿਗੁਰੂ ਜੀ ਨਾਲ ਚੱਲ ਪਏ ਐ। ਜਗ ਗੁਰ ਪਰ ਵਿਸ਼ੇ ਪਰ ਕਰਤਾਰੇ। ਜਗਤ ਦੇ ਗੁਰੂ ਗੁਰੂ ਨਾਨਕ ਸਾਹਿਬ ਜੀ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਜਾ ਪ੍ਰਵੇਸ਼ ਹੋਏ। ਕੇਤਕ ਕਾਲ ਪ੍ਰਭ ਦੀਨ ਦਿਆਲਾ। ਕੁਝ ਕੁ ਸਮਾਂ ਪ੍ਰਭੂ ਗੁਰੂ ਨਾਨਕ ਸਾਹਿਬ ਜੀ ਜੋ ਦੀਨਾਂ ਤੇ ਦਿਆਲਤਾ ਕਰਨ ਵਾਲੇ ਐ ਰਹੇ ਤਹਾਂ ਬੈਠਾ ਧਰਮਸ਼ਾਲਾ। ਉੱਥੇ ਸ੍ਰੀ ਕਰਤਾਰਪੁਰ ਸਾਹਿਬ ਹੀ ਮਹਾਰਾਜ ਰਹਿਣ ਲੱਗੇ ਤੇ ਜੋ ਧਰਮ ਦੀ ਜਗ੍ਹਾ ਹੈ ਉਹ ਸਥਾਨ ਬਣਾਇਆ। ਉੱਥੇ ਅੰਮ੍ਰਿਤ ਵੇਲੇ ਮਹਾਰਾਜ ਇਸ਼ਨਾਨ ਕਰਕੇ ਸੰਗਤ ਵਿੱਚ ਆ ਕੇ ਬੈਠੇ ਰਹਿੰਦੇ ਐ। ਹੋਤ ਕੀਰਤਨ ਨਿਤ ਦਿਨ ਪਾਸੋ। ਰਾਤ ਹੋਵੇ ਦਿਨ ਹੋਵੇ 24 ਘੰਟੇ ਸਤਿਗੁਰੂ ਜੀ ਪਾਸ ਕੀਰਤਨ ਹੁੰਦਾ ਰਹਿੰਦਾ ਹੈ। ਦਰਸਹ ਸੰਗਤ ਕਰ ਅਰਦਾਸੋ। ਆ ਇਤਿਹਾਸ 'ਚ ਆ ਰਿਹਾ ਵੀ 24 ਘੰਟੇ ਰਾਤ ਦਿਨ ਹੀ ਮਹਾਰਾਜ ਦੇ ਪਾਸ ਕੀਰਤਨ ਹੁੰਦਾ ਰਹਿੰਦਾ। ਇੱਥੇ ਕਹਿੰਦੇ 15 ਮਿੰਟਾਂ 'ਚ ਭੋਗ ਪਾ ਦਿਓ, 5 'ਚ ਪਾ ਦਿਓ, 20 'ਚ ਪਾ ਦਿਓ, ਕੰਮ ਕਰਨਾ ਉਹ ਕਰਨਾ ਜੇ ਕਰਨਾ। ਗੁਰੂ ਸਾਹਿਬ ਜੀ ਆਪ ਪਰਮਾਤਮਾ ਬਾਣੀ ਆਪ ਵਿਚਾਰੀ ਤੇ 24 ਘੰਟੇ ਕੀਰਤਨ ਸੁਣ ਰਹੇ ਹੈ, ਕਥਾ ਸੁਣ ਰਹੇ ਹੈ ਤੇ ਸਾਨੂੰ 15-20 ਮਿੰਟ ਹੀ ਚਾਹੀਦੇ ਹਨ। ਧਾਰ ਕਾਮਨਾ ਜੋਰ ਆਵਹਿ। ਦਰਸ ਹੈ ਸੰਗਤ ਕਰ ਅਰਦਾਸੂ। ਸੰਗਤਾਂ ਆਉਂਦੀਆਂ ਦਰਸ਼ਨ ਕਰਦੀਆਂ, ਦਰਸ਼ਨ ਕਰ ਕਰਕੇ ਅਰਦਾਸਾਂ ਕਰਦੀਆਂ ਤੇ ਪੂਰੀਆਂ ਵੀ ਕਰਦੀਆਂ ਹਨ। ਧਾਰ ਕਾਮਨਾ ਜੋਰ ਆਵਹਿ। ਜੋ ਵੀ ਆਪਣੇ ਹਿਰਦੇ ਵਿੱਚ ਕਾਮਨਾ ਇੱਛਾ ਧਾਰਨਾ ਕਰਕੇ ਹਿਰਦੇ ਵਿੱਚ ਕਾਮਨਾ ਇੱਛਾ ਲੈ ਕੇ ਆਉਂਦਾ ਹੈ। ਦਰਸ਼ਨ ਕਰਤਿਓ ਸੇ ਸਭ ਦਰਸ਼ਨ ਕਰਤਿਓ ਸੇ ਸਭ ਪਾਵਹਿ। ਉਹ ਦਰਸ਼ਨ ਕਰਦਿਆਂ ਹੀ ਉਹ ਸਾਰੀਆਂ ਇੱਛਾ ਆਪਣੀਆਂ ਪੂਰੀਆਂ ਕਰ ਲੈਂਦਾ ਹੈ, ਉਹ ਫਲ ਪਾ ਲੈਂਦਾ ਹੈ। ਗ੍ਰਾਮ ਨਗਰ ਸਗਰੇ ਪਰਮਾਹੀ। ਸਾਰੇ ਕਰਤਾਰਪੁਰ ਸਾਹਿਬ ਦੇ ਸ਼ਹਿਰ ਵਿੱਚ ਲੈ ਸ੍ਰੀ ਨਾਨਕ ਨਾਮ ਸਰਾਹੀ। ਗ੍ਰਾਮ ਨਗਰ ਵੀ ਪਿੰਡਾਂ ਸ਼ਹਿਰਾਂ ਨਗਰਾਂ ਵੱਡੇ ਵੱਡੇ ਸ਼ਹਿਰਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਦਾ ਨਾਮ ਲੈ ਕੇ ਵੀ ਧੰਨ ਗੁਰੂ ਨਾਨਕ ਸਾਹਿਬ ਜੀ, ਧੰਨ ਗੁਰੂ ਨਾਨਕ ਸਾਹਿਬ ਜੀ ਸਾਰੇ ਸਲਾਉਂਦੇ ਹਨ। ਸੁਨ ਕਰ ਮਾਲੋ ਸੇਖ ਪ੍ਰਸੰਸਾ। ਇਹ ਹੁਣ ਕਾਲੇ ਕਰਾਂਗੇ। ਇਵੇਂ ਸਾਧ ਸੰਗਤ ਜੀ ਮਹਾਰਾਜ ਸ੍ਰੀ ਕਰਤਾਰਪੁਰ ਸਾਹਿਬ ਜੀ ਦੀ ਮਹਿਮਾ ਵਡਿਆਈ ਜਿਹੜੀ ਹੈ ਉਹ ਸਾਰੇ ਸੁਣ ਸੁਣ ਕੇ ਉੱਥੇ ਕਰ ਰਹੇ ਹੈ। ਬੜੀਆਂ ਸੰਗਤਾਂ ਵੱਧ ਚੜ੍ਹ ਕੇ ਆ ਰਹੀਆਂ ਹੈ। ਇਵੇਂ ਗੁਰੂ ਜੀ ਦੀ ਵਡਿਆਈ ਸੁਣ ਕੇ ਇੱਕ ਮਾਲੋ ਸੇਖ ਮੁਸਲਮਾਨ ਉਹ ਉੱਥੇ ਆਇਆ। ਜਿਵੇਂ ਫਿਰ ਉਹਨੇ ਸਵਾਲ ਜਵਾਬ ਸਤਿਗੁਰੂ ਜੀ ਦੇ ਨਾਲ ਕੀਤੇ। ਇਹ ਥੋੜ੍ਹਾ ਈਰਖਾਲੂ ਜਿਹਾ ਵੀ ਸੀ, ਗੁੱਸੇ ਖੋਰਾ ਜਿਹਾ ਵੀ ਸੀ। ਮਹਾਰਾਜ ਦੀ ਵਡਿਆਈ ਕੋਈ ਝੱਲੀ ਨਾ ਗਈ ਤੇ ਇੱਥੇ ਆ ਗਿਆ। ਜਿਵੇਂ ਸਵਾਲ ਜਵਾਬ ਕੀਤੇ ਗੁਰੂ ਸਾਹਿਬ ਜੀ ਨੇ ਜਿਵੇਂ ਅੱਗੋਂ ਫਿਰ ਇਹਨੂੰ ਨਿਰੁੱਤਰ ਕੀਤਾ, ਤਸੱਲੀ ਬਖਸ਼ ਉੱਤਰ ਦਿੱਤੇ। ਉਹ ਪ੍ਰਸੰਗ ਆਪਾਂ ਕੱਲ੍ਹ ਸਰਵਣ ਕਰ ਲਵਾਂਗੇ। ਹੁਣ ਇੱਥੇ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਵਿਚਾਰਾਂ ਦੀ ਸਮਾਪਤੀ ਹੈ। ਧਾਰ ਕਾਮਨਾ ਜੋਰ ਆਵਹਿ। ਦਰਸ਼ਨ ਕਰਤਿਓ ਸੇ ਸਭ ਪਾਵਹਿ। ਗ੍ਰਾਮ ਨਗਰ ਸਗਰੇ ਪਰਮਾਹੀ। ਲੈ ਸ੍ਰੀ ਨਾਨਕ ਨਾਮ ਸਰਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।